ਇੱਥੇ ਅਮਰੀਕਾ ਦੇ ਵਿੱਚ ਪਤਾ ਲੱਗਦਾ ਕਿ ਨੰਬਰ ਆਫ ਕੇਸਿਸ ਵਧੀ ਜਾ ਰਹੇ ਨੇ, ਲਗਾਤਾਰ ਅਜੇ ਘਟ ਹੀ ਨਹੀਂ ਰਹੇ। ਕਿੱਥੇ ਖੜੇ ਹਾਂ ਜੀ? ਲੇਕਿਨ ਅੱਜ ਕਰੀਬਨ 600 ਕੇਸਿਸ ਪੂਰੇ ਕੈਨੇਡਾ 'ਚ ਆਏ ਆ ਔਰ ਅਸੀਂ ਦੇਖ ਰਹੇ ਹਾਂ ਵੀ ਇਹ ਜ਼ਿਆਦਾ ਯੂਥ ਦੇ ਵਿੱਚ ਆ ਰਹੇ ਆ। ਯੰਗ ਜਿਹੜੇ ਬੱਚੇ ਜਿਹੜੇ ਟੀਨੇਜਰ ਆ ਔਰ ਯੂਥ ਆ ਉਹਦੇ ਜ਼ਿਆਦਾ ਹੈਗੇ। ਔਰ ਅਮਰੀਕਾ 'ਚ ਕਰੀਬਨ 40,000 ਤੋਂ ਉੱਤੇ ਕੇਸਿਸ ਆ ਰਹੇ ਐਵਰੀ ਡੇ। ਔਰ ਅੱਜ ਡਾਕਟਰ ਐਂਥੋਨੀ ਫੌਸੀ ਨੇ ਬੜੇ ਨਿਰਾਸ਼ਜਨਕ ਹੋ ਕੇ ਕਿਹਾ ਵੀ ਉਹ ਦਿਨ ਦੂਰ ਨਹੀਂ ਆ ਵੀ ਅਮਰੀਕਾ 'ਚ ਇੱਕ ਦਿਨ 'ਚ 1 ਲੱਖ ਕੇਸਿਸ ਹੋਣਗੇ। ਔਰ ਡਾਕਟਰ ਫੌਸੀ ਖੁਦ ਕਹਿੰਦੇ ਰਹੇ ਵੀ ਜਿਹੜੀ ਨਾ ਇਕਨੋਮੀ ਬਹੁਤ ਛੇਤੀ ਓਪਨ ਕਰ ਦਿੱਤੀ ਗਈ, ਨਾਲ ਜਿਹੜਾ ਫਿਜ਼ੀਕਲ ਡਿਸਟੈਂਸ ਆ ਦੂਜੀਆਂ ਚੀਜ਼ਾਂ ਉਹ ਲੋਕੀ ਫੋਲੋ ਨਹੀਂ ਕਰ ਰਹੇ। ਹੁਣ ਸਮੱਸਿਆ ਇਹ ਖੜੀ ਹੋਣੀ ਆ ਵੀ ਜਿਹੜਾ ਰੈਗੂਲਰ ਫਲੂ ਆ ਔਰ ਜਿਹੜਾ ਕੋਵਿਡ ਆ ਇਹਦੇ ਲੱਛਣ ਲਗਭਗ ਸੇਮ ਆ। ਕੀ ਆ? ਬੁਖਾਰ ਹੋ ਗਿਆ, ਖੰਘ ਹੋ ਗਈ, ਸਿਰ ਦਰਦ ਹੋ ਗਈ ਔਰ ਇਹੀ ਰੈਗੂਲਰ ਫਲੂ ਦੇ ਲੱਛਣ ਆ। ਸੋ ਹੋ ਸਕਦਾ ਕਈਆਂ ਨੂੰ ਦੋਵੇਂ ਇਕੱਠੇ ਹੋਣ, ਕਈਆਂ ਨੂੰ ਇੱਕ ਹੋਵੇ। ਦੂਜੇ ਤੋਂ ਕਹਿੰਦਾ ਆਪਾਂ ਡਿਫਰੈਂਸ਼ੀਏਟ ਕਰਾਂਗੇ ਇਹਦੇ ਉੱਤੇ। ਟੈਕਸਾਸ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਆਸਟਿਨ ਦੇ ਵਿੱਚ ਉਹ ਆਲਰੇਡੀ ਉਹਨਾਂ ਦਾ ਪਾਇਲਟ ਪ੍ਰੋਜੈਕਟ ਬੜਾ ਸਕਸੈਸਫੁਲ ਹੋਇਆ। ਉਹ ਸੈਂਸਰ ਡਿਵੈਲਪ ਕੀਤਾ ਉਹਨਾਂ ਨੇ ਵੀ ਇਹ ਰੈਗੂਲਰ ਫਲੂ ਆ ਜਾਂ ਕੋਵਿਡ-19 ਆ। ਸੋ ਦੋਵਾਂ ਦਾ ਇਕੱਠਾ ਡਾਇਗਨੋਸਿਸ ਹੋ ਸਕਦਾ। ਇੱਕ ਵਿਅਕਤੀ ਨੂੰ 2 ਇਨਫੈਕਸ਼ਨ ਵੀ ਹੋ ਸਕਦੇ ਆ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਹਾਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੇ ਲਈ। ਅੱਜ ਅਸੀਂ ਮੁੱਖ ਤੌਰ ਦੇ ਉੱਤੇ ਆਪਣੀ ਸਿਹਤ ਸੰਬੰਧੀ ਕੁਝ ਗੱਲਾਂ ਬਾਤਾਂ ਕਰਨੀਆਂ। ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਖਾਸ ਤੌਰ 'ਤੇ ਗੱਲਬਾਤ ਕਰਨੀ ਆ। ਇੱਕ ਤਾਂ ਦੋਸਤੋ ਕੋਵਿਡ-19 ਬਾਰੇ ਕਾਫੀ ਦਿਨ ਹੋ ਗਏ ਉਹਨਾਂ ਦੇ ਨਾਲ ਅਸੀਂ ਗੱਲਬਾਤ ਨਹੀਂ ਕੀਤੀ, ਉਹਦੀਆਂ ਅਪਡੇਟਸ ਕੁਝ ਲੈਣੀਆਂ। ਇਸ ਵੇਲੇ ਕੀ ਸਥਿਤੀ ਆ, ਕਿੱਥੇ ਅਸੀਂ ਪਹੁੰਚੇ ਆ। ਅਮਰੀਕਾ ਦੇ ਵਿੱਚ ਨੰਬਰ ਆਫ ਕੇਸਿਸ ਵਧੀ ਜਾ ਰਹੇ ਆ ਪਰ ਡੈਥਸ ਉੱਥੇ ਜਿਹੜੀਆਂ ਕਾਬੂ ਵਿੱਚ ਨੇ। ਕੈਨੇਡਾ ਦੀ ਕੀ ਹਾਲਤ ਆ? ਖਬਰਾਂ ਆ ਰਹੀਆਂ ਕੁਝ ਕਿ ਯੂਰਪ ਜਿਹੜਾ ਆ ਉਹਨਾਂ ਨੇ ਓਪਨ ਕਰ ਦਿੱਤਾ ਆ ਬਾਹਰਲੇ ਕੁਝ ਲੋਕਾਂ ਦੇ ਲਈ, ਜਾਂ ਜਿਹੜੀਆਂ ਕੈਨੇਡਾ ਦੀਆਂ ਫਲਾਈਟਸ ਆ ਉਹਨਾਂ ਲਈ ਖੋਲ੍ਹ ਦਿੱਤੀਆਂ। ਏਅਰ ਕੈਨੇਡਾ ਉਹਨਾਂ ਨੇ ਆਪਣਾ ਬਹੁਤ ਸਾਰਾ ਆਪਰੇਸ਼ਨ ਬੰਦ ਕਰ ਰਿਹਾ ਹੌਲੀ ਹੌਲੀ, ਕਿਉਂਕਿ ਯਾਤਰੀ ਹੈ ਨਹੀਂ ਗੇ। ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਅਪਡੇਟਸ ਇਹਦੇ ਬਾਰੇ ਹੈਗੀਆਂ ਨੇ। ਵੈਕਸੀਨ ਸੰਬੰਧੀ ਕਿੱਥੇ ਗੱਲ ਪਹੁੰਚੀ, ਕੋਈ ਹੋਰ ਦਵਾਈ ਇਹਦੀ ਸਾਹਮਣੇ ਆਈ, ਕੀ ਇਹਦਾ ਇਲਾਜ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਇਹਦਾ ਬਣਨਾ ਕੀ ਆ, ਇਹਦੇ ਬਾਰੇ ਕੁਝ ਗੱਲਬਾਤ ਕਰਾਂਗੇ। ਔਰ ਮੁੱਖ ਤੌਰ 'ਤੇ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਅੱਜ ਅਸੀਂ ਗੱਲਬਾਤ ਕਰਨੀ ਹੈ ਜਿਹੜੀ ਪਿਛਲੇ ਸਮੇਂ ਦੇ ਵਿੱਚ ਅਸੀਂ ਕਰ ਰਹੇ ਸੀ, ਉਹਨੂੰ ਜਾਰੀ ਰੱਖਾਂਗੇ। ਡਾਈਜੈਸ਼ਨ ਸੰਬੰਧੀ ਪਹਿਲਾਂ ਅਸੀਂ ਬਲੱਡ ਪ੍ਰੈਸ਼ਰ ਸੰਬੰਧੀ ਗੱਲਾਂ ਬਾਤਾਂ ਕੀਤੀਆਂ ਸੀ ਬਹੁਤ। ਉਹ ਜਿਹੜੀ ਤੁਸੀਂ ਉਹਨੂੰ ਦੇਖਿਆ, ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ, ਉਹਦੇ ਤੋਂ ਗਿਆਨ ਲਿਆ, ਜਾਣਕਾਰੀ ਲਈ ਉਹਦੇ ਤੋਂ। ਅੱਜ ਅਸੀਂ ਉਸ ਡਾਈਜੈਸ਼ਨ ਵਾਲੇ ਪਾਰਟ ਨੂੰ ਕੰਟੀਨਿਊ ਕਰਾਂਗੇ ਕਿ ਜਿਹੜੀ ਸਾਡੀ ਪਾਚਨ ਪ੍ਰਣਾਲੀ ਆ ਇਹਦੇ ਵਿੱਚ ਇਹਦੇ ਨਾਲ ਜੁੜੀਆਂ ਗੱਲਾਂ ਕਿਹੜੀਆਂ ਨੇ, ਕੀ ਇਹਦੀਆਂ ਮਿਥਸ ਨੇ, ਕੀ ਇਹਦੇ ਵਿੱਚ ਸੱਚਾਈ ਆ। ਮੂੰਹ ਆ ਸਾਡਾ, ਫਿਰ ਜਿਹੜੀ ਅੰਦਰ ਮਿਹਦਾ ਹੁੰਦਾ, ਮਿਹਦੇ ਤੋਂ ਬਾਅਦ ਅੰਤੜੀਆਂ ਆ, ਇਹਦੇ ਵਿੱਚ ਕਬਜ਼ ਕਿਹਨੂੰ ਕਹਿੰਦੇ ਆ, ਕਿੱਦਾਂ ਹੁੰਦੀ ਆ, ਜਾਂ ਜਿਹੜੀ ਐਸਿਡਿਟੀ ਜ਼ਿਆਦਾ ਕਿੱਦਾਂ ਬਣਦੀ ਆ, ਉਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ, ਕਿਹੜੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਜ਼ਿਆਦਾ ਪਚਦੀਆਂ। ਅਲਟੀਮੇਟਲੀ ਕਹਿੰਦੇ ਇਹਦੀ ਸ਼ੂਗਰ ਬਣ ਜਾਂਦੀ ਆ, ਹਰ ਇੱਕ ਚੀਜ਼ 'ਚ ਸ਼ੂਗਰ ਹੁੰਦਾ। ਮਤਲਬ ਡਾਈਜੈਸ਼ਨ ਨਾਲ ਸੰਬੰਧਿਤ ਸਾਰੀਆਂ ਗੱਲਾਂ ਬਾਤਾਂ, ਜਿਹੜਾ ਪਾਚਨ ਪ੍ਰਣਾਲੀ ਹੈ, ਇਹਦੇ ਡਿਫਰੈਂਟ ਜਿਹੜੇ ਪਾਰਟਸ ਕਿਹੜੇ ਹੁੰਦੇ ਆ, ਇਹ ਕੰਮ ਸਾਡੀ ਬਾਡੀ ਦੇ ਵਿੱਚ ਕਿੱਦਾਂ ਕਰਦੀ ਆ, ਇਹਦੇ ਬਾਰੇ ਅਸੀਂ ਜਿਹੜਾ ਅੱਜ ਵਿਸਥਾਰ ਵਿੱਚ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ-ਬਹੁਤ ਧੰਨਵਾਦ ਜਸਕਰਨ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਅਪਡੇਟ ਕਰਿਓ ਜੀ ਕੋਵਿਡ-19 ਬਾਰੇ, ਕੋਈ ਵੈਕਸੀਨ, ਕੋਈ ਗੱਲਬਾਤ, ਕੋਈ ਹੁਣ ਇਸ ਵੇਲੇ ਅਸੀਂ ਕਿੱਥੇ? ਅਮਰੀਕਾ ਦੇ ਵਿੱਚ ਪਤਾ ਲੱਗਦਾ ਕਿ ਨੰਬਰ ਆਫ ਕੇਸਿਸ ਵਧੀ ਜਾ ਰਹੇ ਨੇ, ਲਗਾਤਾਰ ਅਜੇ ਘਟ ਹੀ ਨਹੀਂ ਰਹੇ। ਕਿੱਥੇ ਖੜੇ ਹਾਂ ਜੀ ਅਸੀਂ? ਕੈਨੇਡਾ ਦੀ ਸਥਿਤੀ ਕਾਫੀ ਠੀਕ ਹੈ। ਡਾਕਟਰ ਥਰੀਸਾ ਟੈਮ ਜਿਹੜੇ ਸਾਡੇ ਚੀਫ ਮੈਡੀਕਲ ਫੈਡਰਲ ਹੈਲਥ ਐਡਵਾਈਜ਼ਰ ਆ, ਉਹ ਦੱਸਦੇ ਆ ਵੀ ਅਸੀਂ ਬਹੁਤ ਸੋਹਣਾ ਕੰਟਰੋਲ ਕੀਤਾ ਔਰ ਵਾਕਈ ਇਹ ਗੱਲ ਪੂਰਾ ਸੰਸਾਰ ਮੰਨਦਾ। ਕੈਨੇਡਾ ਦੇ ਵਿੱਚ ਕਰੀਬਨ 4-5 ਦਿਨ ਪਹਿਲਾਂ ਕੇਸਿਸ ਇੰਨੇ ਘਟ ਗਏ ਸੀ, 270 ਦੇ ਲਾਗੇ ਰਹਿ ਗਏ ਸੀ ਟੋਟਲ ਕੈਨੇਡਾ ਦੇ ਵਿੱਚ। ਔਰ BC ਦੇ ਹਮੇਸ਼ਾ 10, 12, 15 ਤੱਕ ਹੀ ਰਹਿੰਦੇ, ਇਸ ਤੋਂ ਉੱਤੇ ਜਾਂਦੇ ਨਹੀਂ ਆ। ਔਰ ਉੱਕਾ ਪੁੱਕਾ ਹਫਤੇ 10 ਦਿਨ ਬਾਅਦ ਇੱਕ ਮੌਤ ਹੁੰਦੀ BC 'ਚ, ਬਟ ਮੌਤ ਦੀ ਦਰ ਵੀ ਜਿਹੜੀ ਹੈਗੀ ਕੰਟਰੋਲਡ ਆ। ਲੇਕਿਨ ਅੱਜ ਕਰੀਬਨ 600 ਕੇਸਿਸ ਪੂਰੇ ਕੈਨੇਡਾ 'ਚ ਆਏ ਆ ਔਰ ਅਸੀਂ ਦੇਖ ਰਹੇ ਹਾਂ ਵੀ ਇਹ ਜ਼ਿਆਦਾ ਯੂਥ ਦੇ ਵਿੱਚ ਆ ਰਹੇ ਆ। ਯੰਗ ਜਿਹੜੇ ਬੱਚੇ ਜਿਹੜੇ ਟੀਨੇਜਰ ਆ ਔਰ ਯੂਥ ਆ ਉਹਦੇ ਜ਼ਿਆਦਾ ਹੈਗੇ। ਔਰ ਹਸਪੀਟਲ ਦੇ ਵਿੱਚ ਜਿਹੜੇ ਜਾਣ ਵਾਲਿਆਂ ਦੀ ਸੰਖਿਆ ਉਹ ਇੰਨੀ ਵਧੀ ਨਹੀਂ ਆ। ਉਹਦੇ 2-3 ਰੀਜ਼ਨ ਹੋ ਸਕਦੇ ਆ ਵੀ ਜਿਹੜੀ ਆਪਾਂ ਲੋਕਡਾਊਨ ਖੋਲੀ ਆ
ਉਹ ਵੀ ਇੱਕ ਰੀਜ਼ਨ ਹੋ ਸਕਦਾ। ਲੋਕੀ ਹੋਰ ਮਿਲ ਜੁਲ ਰਹੇ ਇੱਕ ਦੂਜਿਆਂ ਨੂੰ, ਜਾਂ ਫਿਰ ਜਿਹੜੀ ਟੈਸਟਿੰਗ ਹੈਗੀ ਆ ਉਹ ਜ਼ਿਆਦਾ ਈਜ਼ੀਲੀ ਅਵੇਲੇਬਲ ਆ ਤਾਂ ਟੈਸਟਿੰਗ ਹੋ ਰਹੀ ਆ। ਅਮਰੀਕਾ 'ਚ ਕਰੀਬਨ 40,000 ਤੋਂ ਉੱਤੇ ਕੇਸਿਸ ਆ ਰਹੇ ਐਵਰੀ ਡੇ। ਔਰ ਅੱਜ ਡਾਕਟਰ ਐਂਥੋਨੀ ਫੌਸੀ ਨੇ ਬੜੇ ਨਿਰਾਸ਼ਜਨਕ ਹੋ ਕੇ ਕਿਹਾ ਵੀ ਉਹ ਦਿਨ ਦੂਰ ਨਹੀਂ ਆ ਵੀ ਅਮਰੀਕਾ 'ਚ ਇੱਕ ਦਿਨ 'ਚ 1 ਲੱਖ ਕੇਸਿਸ ਹੋਣਗੇ, ਕਿਉਂਕਿ ਉੱਥੇ ਲੋਕੀ ਇੰਨੇ ਸਭ्य ਨਹੀਂ ਰਹੇ, ਉਹਨਾਂ ਨੇ ਗਾਈਡਲਾਈਨਸ ਦੀ ਪਾਲਣਾ ਨਹੀਂ ਕੀਤੀ। ਔਰ ਡਾਕਟਰ ਫੌਸੀ ਖੁਦ ਕਹਿੰਦੇ ਰਹੇ ਵੀ ਜਿਹੜੀ ਨਾ ਇਕਨੋਮੀ ਬਹੁਤ ਛੇਤੀ ਓਪਨ ਕਰ ਦਿੱਤੀ ਗਈ, ਨਾਲ ਜਿਹੜਾ ਫਿਜ਼ੀਕਲ ਡਿਸਟੈਂਸ ਆ, ਦੂਜੀਆਂ ਚੀਜ਼ਾਂ ਉਹ ਲੋਕੀ ਫੋਲੋ ਨਹੀਂ ਕਰ ਰਹੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਵੀ ਯੂਰੋਪੀਅਨ ਯੂਨੀਅਨ ਦੇ ਵਿੱਚ ਆਪਸ ਦੇ ਵਿੱਚ ਉਹ ਜਿਹੜੇ ਹੈਗੇ ਇੱਕ ਦੂਜੇ ਟਰੈਵਲ ਕਰ ਸਕਦੇ ਆ, ਔਰ ਕੁਝ ਕੰਟਰੀਆਂ ਨੂੰ ਵੀ ਉਹਨਾਂ ਨੇ ਅਲਾਉ ਕੀਤਾ, ਉਹਦੇ ਵਿੱਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਕੋਰੀਆ, ਜਾਪਾਨ ਇਤਿਆਦਿ ਸ਼ਾਮਲ ਨੇ। ਬਟ ਜਦੋਂ ਉੱਥੇ ਜਾਵਾਂਗੇ ਹਰ ਇੱਕ ਜਿਹੜੀ ਕੰਟਰੀ ਉਹਦਾ ਵੱਖ-ਵੱਖ ਪੈਮਾਨਾ ਪੁੱਛ ਕੇ ਜਾਣਾ ਚਾਹੀਦਾ ਵੀ ਉੱਥੇ ਜਾ ਕੇ ਟੈਸਟਿੰਗ ਕਰਨੀ ਪੈਣੀ ਆ, ਕੁਆਰੰਟਾਈਨ ਕਰਨੀ ਪੈਣੀ ਕਿ ਨਹੀਂ ਕਰਨੀ ਪੈਣੀ। ਲੇਕਿਨ ਜਦੋਂ ਉੱਥੋਂ ਪਰਤ ਕੇ ਆਓਗੇ ਤੁਹਾਨੂੰ ਫਿਰ 14 ਡੇਜ਼ ਦੀ ਕੁਆਰੰਟਾਈਨ ਇੱਥੇ ਲਾਜ਼ਮੀ ਕਰਨੀ ਪਏਗੀ। ਅਗਰ ਬਾਈ ਚਾਂਸ ਉੱਥੇ ਜਾ ਕੇ ਤੁਹਾਨੂੰ ਕੋਵਿਡ ਹੋ ਜਾਂਦਾ, ਫਿਰ ਤੁਸੀਂ 에ਅਰ ਦੇ ਰੂਟ ਰਾਹੀਂ ਨਹੀਂ ਆ ਸਕਦੇ। ਅਗਰ ਤੁਹਾਨੂੰ ਕੋਵਿਡ ਦੇ ਲੱਛਣ ਹੈਗੇ ਉਸ ਵੇਲੇ, ਉਦੋਂ ਤੁਹਾਨੂੰ ਸੀ ਦੇ ਰੂਟ ਆਉਣਾ ਪਊਗਾ, ਜਾਂ ਲੈਂਡ ਦੇ ਰੂਟ ਆਉਣਾ ਪਊਗਾ, ਜਾਂ ਰੇਲ ਦੇ ਰੂਟ ਆਉਣਾ ਪਊਗਾ, ਜਿਹੜਾ ਅਸੰਭਵ ਹੈਗਾ ਕਿਉਂਕਿ ਓਸ਼ਨ ਹੈਗਾ ਕੈਨੇਡਾ ਔਰ ਯੂਰਪ ਦੇ ਵਿੱਚ। ਇਸ ਲਈ ਬੈਟਰ ਇਹੀ ਆ ਵੀ ਆਪਾਂ ਨਾ ਜਾਈਏ ਫਿਲਹਾਲ, ਆਪਾਂ ਲੋਕਲੀ ਰਹੀਏ। ਔਰ ਕੈਨੇਡਾ ਬਹੁਤ ਸੋਹਣਾ, ਸਮਰ 'ਚ ਐਕਚੁਅਲੀ ਲੋਕੀ ਕੈਨੇਡਾ 'ਚ ਆਉਂਦੇ ਘੁੰਮਣ ਫਿਰਨ, ਬੜੀ ਦੁਨੀਆ ਆਉਂਦੀ ਹੈ। ਸੋ ਆਪਾਂ ਇਹ ਸਮਰ ਕੈਨੇਡਾ 'ਚ ਹੀ ਬਿਤਾਈਏ। ਜਿਹੜਾ ਸੈਕਿੰਡ ਵੇਵ ਆ ਉਹਦੀ ਗੱਲ ਬਹੁਤ ਉੱਭਰ ਕੇ ਆਉਂਦੀ ਆ। ਡਾਕਟਰ ਬੌਨੀ ਹੈਂਡਰ ਵੀ ਕਹਿੰਦੇ ਆ, ਐਂਥੋਨੀ ਫੌਸੀ ਵੀ ਕਹਿੰਦੇ ਆ, ਯੂਰਪ ਦੇ ਮਾਹਿਰ ਵੀ ਕਹਿੰਦੇ ਆ। ਹੁਣ ਸਮੱਸਿਆ ਇਹ ਖੜੀ ਹੋਣੀ ਆ ਵੀ ਜਿਹੜਾ ਰੈਗੂਲਰ ਫਲੂ ਆ ਔਰ ਜਿਹੜਾ ਕੋਵਿਡ ਆ, ਇਹਦੇ ਲੱਛਣ ਲਗਭਗ ਸੇਮ ਆ। ਕੀ ਆ? ਬੁਖਾਰ ਹੋ ਗਿਆ, ਖੰਘ ਹੋ ਗਈ, ਸਿਰ ਦਰਦ ਹੋ ਗਈ, ਔਰ ਇਹੀ ਰੈਗੂਲਰ ਫਲੂ ਦੇ ਲੱਛਣ ਆ। ਸੋ ਹੋ ਸਕਦਾ ਕਈਆਂ ਨੂੰ ਦੋਵੇਂ ਇਕੱਠੇ ਹੋਣ, ਕਈਆਂ ਨੂੰ ਇੱਕ ਹੋਵੇ। ਦੂਜੇ ਤੋਂ ਕਹਿੰਦਾ ਆਪਾਂ ਡਿਫਰੈਂਸ਼ੀਏਟ ਕਰਾਂਗੇ ਇਹਦੇ ਉੱਤੇ। ਟੈਕਸਾਸ ਦੀ ਇੱਕ ਯੂਨੀਵਰਸਿਟੀ ਦੇ ਵਿੱਚ, ਆਸਟਿਨ ਦੇ ਵਿੱਚ, ਉਹ ਆਲਰੇਡੀ ਉਹਨਾਂ ਦਾ ਪਾਇਲਟ ਪ੍ਰੋਜੈਕਟ ਬੜਾ ਸਕਸੈਸਫੁਲ ਹੋਇਆ। ਉਹ ਸੈਂਸਰ ਡਿਵੈਲਪ ਕੀਤਾ ਉਹਨਾਂ ਨੇ ਵੀ ਇਹ ਰੈਗੂਲਰ ਫਲੂ ਆ ਜਾਂ ਕੋਵਿਡ-19 ਆ। ਸੋ ਦੋਵਾਂ ਦਾ ਇਕੱਠਾ ਡਾਇਗਨੋਸਿਸ ਹੋ ਸਕਦਾ। ਇੱਕ ਵਿਅਕਤੀ ਨੂੰ ਦੋ ਇਨਫੈਕਸ਼ਨ ਵੀ ਹੋ ਸਕਦੇ ਆ, ਇਨਫਲੂਐਂਜ਼ਾ ਤੋਂ ਵੀ ਔਰ ਕੋਵਿਡ-19 ਤੋਂ ਵੀ, ਜਾਂ ਕੋਵਿਡ-19 ਆ ਜਾਂ ਇਨਫਲੂਐਂਜ਼ਾ। ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਊਗਾ। ਲੇਕਿਨ ਅਜੇ ਸੈਂਸਰ ਮਾਰਕੀਟ 'ਚ ਨਹੀਂ ਆ, ਲੇਕਿਨ ਉਹਨਾਂ ਦੀ ਟ੍ਰਾਇਲ ਬੜੀ ਕਾਮਯਾਬ ਰਹੀ। ਜਦ ਗੱਲ ਵੈਕਸੀਨ ਦੀ ਆਉਂਦੀ ਆ ਤਾਂ ਚਾਈਨਾ ਦੇ ਵਿੱਚ ਜਿਹੜੀ ਕੈਨਸਾਈਨੋ ਬਾਇਓਲੋਜਿਕਸ ਹੈਗੀ ਆ, ਜਿਹਦਾ ਫੇਜ਼ 3 ਟ੍ਰਾਇਲ ਅਜੇ ਸ਼ੁਰੂ ਹੋਣਾ, ਲੇਕਿਨ ਫੇਜ਼ 2 ਦੇ ਵਿੱਚ ਹੀ ਉਹਨਾਂ ਨੇ ਆਪਣਾ ਪਰਸਨਲ ਨਿਰਣਾ ਲਿੱਤਾ ਵੀ ਉਹਨਾਂ ਨੇ ਵੈਕਸੀਨ ਬਣਾ ਕੇ ਮਿਲਟਰੀ ਵਾਲਿਆਂ ਨੂੰ ਆਪਣੀ ਦੇਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਵੀ ਸਾਨੂੰ ਆਪਣੀ ਵੈਕਸੀਨ ਦੇ ਉੱਤੇ ਪੂਰਾ ਮਾਣ ਆ ਵੀ ਕੰਮ ਕਰਦੀ ਆ, ਅਸੀਂ ਆਪਣੀ ਮਿਲਟਰੀ ਨੂੰ ਦੇਣੀ ਆ। ਔਰ ਤੁਹਾਨੂੰ ਪਤਾ ਵੀ ਹੋਏਗਾ ਵੀ ਬਹੁਤ ਵੱਡੀ ਮਾਤਰਾ 'ਚ ਮਿਲਟਰੀ ਯੂਜ਼ ਹੋਈ ਸੀ ਚਾਈਨਾ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਪਸਾਰਾ ਪਿਆ ਸੀ। ਉਦੋਂ ਕਹਿ ਲਓ ਵੀ ਉਹਨਾਂ ਦੇ ਅੱਛੇ ਕਰਮ ਵੀ ਮਿਲਟਰੀ ਦੇ ਵਿੱਚ ਕੁਝ ਜ਼ਿਆਦਾ ਇਨਫੈਕਸ਼ਨ ਨਹੀਂ ਔਰ ਮੌਤ ਨਹੀਂ ਹੋਈ। ਲੇਕਿਨ ਉਹ ਕਹਿੰਦੇ ਆ ਵੀ ਹੋ ਸਕਦਾ ਉੱਥੇ ਸੈਕਿੰਡ ਵੇਵ ਆਏ ਤੇ ਮਿਲਟਰੀ ਨੂੰ ਉਹ ਸਾਰਿਆਂ ਨੂੰ ਦੇਣਾ ਚਾਹੁੰਦੇ। ਉਹਨਾਂ ਦੀ ਆਪਣੀ ਨਿੱਜੀ ਇਹ ਪਰਸਨਲ ਇੱਕ ਕੰਟਰੀ ਦੀ ਪਾਲਿਸੀ ਆ, ਲੇਕਿਨ ਇਹ ਇੱਥੇ ਨਹੀਂ ਲਾਗੂ ਹੋਏਗਾ ਜਦ ਤੱਕ ਅਸੀਂ ਫੇਜ਼ 3 ਟ੍ਰਾਇਲ ਨਹੀਂ ਕਰਦੇ, ਸੇਫਟੀ ਨਹੀਂ ਦੇਖਦੇ, ਚੰਗੀ ਤਰ੍ਹਾਂ ਉਹਨੂੰ ਜਾਂਚ ਪ੍ਰਚਾਰ ਨਹੀਂ ਕਰ ਲੈਂਦੇ, ਚੰਗੀ ਤਰ੍ਹਾਂ ਉਹਦੇ ਉੱਤੇ ਜਿਹੜੀ ਹੈਗੀ ਸਟੱਡੀ ਨਹੀਂ ਕਰ ਲੈਂਦੇ। ਹੁਣ ਹਿੰਦੁਸਤਾਨ ਦੇ ਵਿੱਚ ਬਹੁਤ ਸਿਚੁਏਸ਼ਨ ਖਰਾਬ ਹੈ, ਖਾਸ ਕਰਕੇ ਮੇਰੀ ਜਨਮ ਭੂਮੀ ਬੰਬੇ 'ਚ ਔਰ ਮਹਾਰਾਸ਼ਟਰ 'ਚ। ਔਰ ਬਾਲਾ ਸਾਹਿਬ ਠਾਕਰੇ ਦੇ ਮੁੰਡੇ ਇਸ ਵੇਲੇ ਉਧਵ ਠਾਕਰੇ ਚੀਫ ਮਿਨਿਸਟਰ, ਉਹਨਾਂ ਨੇ ਲਾਕਡਾਊਨ 31 ਜੁਲਾਈ ਤੱਕ ਕਰ ਦਿੱਤਾ ਕਿਉਂਕਿ ਕੇਸਿਸ ਕਾਬੂ ਨਹੀਂ ਆ ਰਹੇ। ਆਟੋ ਰਿਕਸ਼ਾ ਆ ਉਹਦੇ ਵਿੱਚ ਵੀ ਹੈਂਡ ਸੈਨੀਟਾਈਜ਼ਰ, ਸਿੰਕ ਬੇਸਿਨ ਲਾਇਆ ਹੋਇਆ ਉਹਨਾਂ ਨੇ। ਬੜਾ ਕੁਝ ਇਨੋਵੇਸ਼ਨ ਚੱਲ ਰਿਹਾ। ਕੋਸ਼ਿਸ਼ ਪੂਰੀ ਜਾਰੀ ਆ ਵੀ ਇਹਨੂੰ ਕੰਟਰੋਲ ਕੀਤਾ ਜਾਏ, ਲੇਕਿਨ ਤੁਹਾਨੂੰ ਪਤਾ ਹਿੰਦੁਸਤਾਨ ਦੇ ਕੇਸਿਸ ਲਗਾਤਾਰ ਵੱਧਦੇ ਜਾ ਰਹੇ ਆ, ਮੌਤਾਂ ਦੀ ਦਰ ਵੱਧਦੀ ਜਾ ਰਹੀ ਆ। ਅਮਰੀਕਾ ਟੌਪ ਤੇ ਹੈਗਾ, 2.5 ਮਿਲੀਅਨ ਕੇਸਿਸ ਹੋ ਗਏ ਆ ਔਰ 1,30,000 ਫੌਤ ਹੋ ਗਏ ਆ। ਸੈਕਿੰਡ ਬ੍ਰਾਜ਼ੀਲ ਆ, ਫਿਰ ਰਸ਼ੀਆ, ਫਿਰ ਇੰਡੀਆ ਦੀ ਵਾਰੀ ਹੁੰਦੀ ਹੈ। ਸੋ ਅੱਜ ਪੂਰੇ 6 ਮਹੀਨੇ ਹੋ ਗਏ ਇਸ ਰਿਪੋਰਟ ਨੂੰ WHO ਨੇ ਜਦੋਂ ਸਾਡੀ ਝੋਲੀ 'ਚ ਪਾਇਆ 31 ਦਸੰਬਰ ਨੂੰ ਵੀ ਇੱਕ ਮਹਾਮਾਰੀ ਸਾਹਮਣੇ ਆ ਰਹੀ ਆ। 11 ਫਰਵਰੀ ਨੂੰ ਇਹਦਾ ਨਾਮ ਕੋਵਿਡ-19 ਰੱਖਿਆ ਗਿਆ। ਲੇਕਿਨ ਹੈਰਾਨੀ ਵਾਲੀ ਗੱਲ ਆ ਵੀ ਪਹਿਲੇ 3 ਮਹੀਨੇ 'ਚ ਸੰਸਾਰ ਭਰ 'ਚ ਸਿਰਫ 1 ਮਿਲੀਅਨ ਕੇਸ ਹੋਇਆ ਔਰ ਪਿਛਲੇ 5-6 ਦਿਨਾਂ ਦੇ ਵਿੱਚ 1 ਮਿਲੀਅਨ ਕੇਸ ਹੋ ਗਿਆ। ਇਹ ਰੈਪਿਡਲੀ ਜਿਹੜਾ ਹੈਗਾ ਸਪਰੈਡ ਹੋ ਰਿਹਾ ਔਰ ਇਹ ਵਾਇਰਸ ਕਿੱਥੇ ਜਾਣ ਨਹੀਂ ਲੱਗਾ।
ਇਹ ਹੀਟ ਵੀ ਟੋਲਰੇਟ ਕਰ ਲੈਂਦਾ, ਕੋਲਡ ਵੀ ਟੋਲਰੇਟ ਕਰ ਲੈਂਦਾ। ਇਹਦੇ ਤੋਂ ਸਿਰਫ ਆਪਾਂ ਬਚ ਸਕਦੇ ਆ ਜਿਹੜਾ ਘੱਟ ਤੋਂ ਘੱਟ 6 ਫੁੱਟ ਦਾ ਡਿਸਟੈਂਸ ਰੱਖਣਾ, ਸਾਬਣ ਔਰ ਪਾਣੀ ਦੇ ਨਾਲ ਹੱਥ ਧੋਣੇ, ਆਪਣਾ ਮਾਸਕ ਪਾਉਣਾ। ਔਰ ਮਾਸਕ ਦੀ ਗੱਲ ਜਦੋਂ ਕਰੀਏ, ਅੱਜ ਸਿਟੀ ਆਫ ਟੋਰਾਂਟੋ ਨੇ ਆਪਣੀ ਐਗਜ਼ੀਕਿਊਟਿਵ ਕਾਉਂਸਲ 'ਚ ਮਤਾ ਪਾਸ ਕਰ ਦਿੱਤਾ ਔਰ ਆਉਣ ਵਾਲੇ ਕੁਝ ਦਿਨਾਂ 'ਚ ਮੇਰੇ ਖਿਆਲ ਨਾਲ 7 ਜੁਲਾਈ ਤੋਂ ਇਹ ਲਾਅ ਵੀ ਬਣ ਜਾਊਗਾ ਵੀ ਇਨਡੋਰ ਜਿਹੜੀ ਹੈਗੀ ਆ ਜਾਂ ਜਿੱਥੇ ਲੋਕੀ ਗੈਦਰ ਹੁੰਦੇ ਆ ਜਾਂ ਟ੍ਰਾਂਜ਼ਿਟ ਜਾਂ ਕੋਈ ਵੀ ਜਗ੍ਹਾ 'ਚ ਬਹੁਤ ਸਾਰੇ ਲੋਕੀ ਹੋਣਗੇ, ਉੱਥੇ ਮਾਸਕ ਕਾਨੂੰਨੀ ਤੌਰ ਤੇ ਲਾਜ਼ਮੀ ਹੋ ਜਾਊਗਾ। ਇੱਕ ਲਾਅ ਬਣੂਗਾ। ਉਹਨਾਂ ਦੇ ਮੇਅਰ ਡਾਕਟਰ ਜੌਨ ਟੋਰੀ ਸਾਹਿਬ ਨੇ ਇਹ ਖਬਰ ਸਾਹਮਣੇ ਲਿਆਂਦੀ ਆ। ਜਦੋਂ ਮਾਸਕ ਦੀ ਗੱਲ ਕਰੀਏ, ਮੈਂ ਪਰਸੋਂ ਹੀ ਗਿਆ ਸੀ, ਮੇਰੀ ਭੈਣ ਕਿਰਨ ਕੌਰ ਸਲੋਜਾ, ਮਈ ਦੇ ਵਿੱਚ ਉਹਨਾਂ ਨੂੰ ਆਈਡੀਆ ਆਇਆ ਵੀ ਆਪਾਂ ਕਿਉਂ ਨਾ ਮਾਸਕ ਕ੍ਰੀਏਟ ਕੀਤਾ ਜਾਵੇ। ਔਰ ਮੇਰੀ ਵਾਈਫ ਵੀ ਉਹਨਾਂ ਦੇ ਨਾਲ ਜੁੜੀ। ਉਹਨਾਂ ਨੇ ਆਪਣੀ ਸੋਇੰਗ ਆਰਮੀ ਇੱਕ ਨਾਂ ਦੇ ਦਿੱਤਾ ਸੰਸਥਾ ਨੂੰ, ਔਰ 10,000 ਤੋਂ ਜ਼ਿਆਦਾ ਉਹਨਾਂ ਨੇ ਮਾਸਕ ਬਣਾਏ ਆ, ਸਾਰੇ ਡੋਨੇਟਡ ਆ, ਵੱਖ-ਵੱਖ ਸੰਸਥਾਵਾਂ ਨੇ ਦਿੱਤੀ। ਔਰ ਕੱਲ CBC ਨੇ ਉਹਨਾਂ ਦੀ ਕਵਰੇਜ ਦਿੱਤੀ ਆਪਣੇ ਨੈਸ਼ਨਲ ਨਿਊਜ਼ 'ਚ, ਔਰ ਅੱਜ CBC 'ਚ ਉਹ ਸਾਰੀ ਪ੍ਰਕਾਸ਼ਿਤ ਹੈ, ਸੋਸ਼ਲ ਮੀਡੀਆ 'ਚ ਚੱਲ ਰਹੀ ਆ। ਔਰ ਉਹ ਲਗਾਤਾਰ ਹੋਰ ਮਾਸਕ ਬਣਾਉਣ ਦੇ ਉਤਸੁਕ ਹੈਗੇ ਆ। ਕਾਫੀ ਲੇਡੀਜ਼ ਆ, ਉਹਨਾਂ ਨੇ ਕਈਆਂ ਨੇ 100, ਕਈਆਂ ਨੇ 500, ਜਿੰਨਾ ਵੀ ਉਹ ਬਣਾ ਸਕਦੇ ਸੀ ਉਹਨਾਂ ਨੇ ਬਣਾਇਆ। ਦੂਜੀ ਮੇਰੀ ਭੈਣ ਮੀਰਾ ਗਿੱਲ ਆ, ਉਹਦੀ ਵੀ ਜਿਹੜੀ ਗਲੋਬਲ ਵਿਲੇਜ ਆ, ਉਹਨਾਂ ਨੇ ਵੀ ਮਾਸਕ ਬਹੁਤ ਬਣਾਇਆ ਔਰ ਉਹਨਾਂ ਨੂੰ ਵੀ ਸ਼ਾਬਾਸ਼ੀ ਅਸੀਂ ਦੇਣਾ ਚਾਹੁੰਦੇ ਆ, ਕਿਉਂਕਿ ਜਿੱਥੇ ਜਿੱਥੇ ਮਾਸਕ ਯੂਜ਼ ਹੋਇਆ, ਖਾਸ ਕਰਕੇ ਹਾਂਗਕਾਂਗ, ਤਾਈਵਾਨ, ਸਾਊਥ ਕੋਰੀਆ, ਸਿੰਗਾਪੁਰ, ਉੱਥੇ ਕੋਵਿਡ ਦੀ ਦਰ ਬਹੁਤ ਘਟ ਰਹੀ ਔਰ ਮੌਤ ਵੀ ਘਟ ਰਹੀ। ਸੋ ਮਾਸਕ ਦੇ ਨਾਲ ਜ਼ਿੰਦਗੀ ਬਚਦੀ ਆ ਔਰ ਬਹੁਤ ਵੱਡਾ ਪੁੰਨ ਵਾਲਾ ਕੰਮ ਆ। ਡਾਕਟਰ ਸਾਹਿਬ, ਜਿਹੜੇ ਮਾਸਕ ਇਹ ਬਣਾਏ ਜਾ ਰਹੇ ਆ ਆਪਣੇ ਪੱਧਰ ਦੇ ਉੱਤੇ, ਮੀਰਾ ਗਿੱਲ ਹੋਣੀ ਬਣਾ ਰਹੇ ਆ ਜਾਂ ਗੁਰਜਿੰਦਰ ਭੁਰਜੀ ਜੀ ਬਣਾ ਰਹੇ ਆ, ਉਹਨਾਂ ਦੀ ਟੀਮ ਬਣਾ ਰਹੀ ਆ, ਕੀ ਇਹ ਇਫੈਕਟਿਵ ਨੇ ਜਿਹੜੇ ਕੋਈ, ਜਾਂ ਜਿਹੜੇ ਮੈਡੀਕਲ ਮਾਸਕ ਹੁੰਦੇ ਆ ਉਹ ਸਪੈਸ਼ਲ ਮਾਸਕ ਹੁੰਦੇ ਆ, ਜਾਂ ਇਹ ਜਿਹੜੇ ਜੇਸ ਕੱਪੜੇ ਨਾਲ ਇਹ ਬਣ ਰਹੇ ਆ, ਇਹ ਇਫੈਕਟਿਵ ਨੇ ਜੀ? ਜੀ ਦੇਖੋ, ਆਪਾਂ ਹੁਣ ਮੈਡੀਕਲ ਮਾਸਕ ਦੀ ਗੱਲ ਨਹੀਂ ਕਰਨੀ, ਇਹ ਸਾਰੇ ਨਾਨ ਮੈਡੀਕਲ ਮਾਸਕ ਹੈਗੇ ਆ। ਉਹ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਉਹ ਕਹਿੰਦਾ 3 ਲੇਅਰ ਚਾਹੀਦੀ ਆ। ਜਿਹੜੀ ਬਾਹਰਲੀ ਪਰਤ ਆ ਉਹ ਵਾਟਰ ਰਿਪੈਲੈਂਟ ਹੋਏ, ਮੇਰਾ ਮੁਰਾਦ ਆ ਪੋਲੀਐਸਟਰ ਦੀ ਹੋਏ, ਜਿਹਦੇ ਤੇ ਪਾਣੀ ਐਬਜ਼ੌਰਬ ਨਾ ਹੋਵੇ, ਖਲੋਵੇ ਨਾ। ਜਿਹੜੀ ਅੰਦਰਲੀ ਪਰਤ ਆ ਉਹ ਕੁਇਲਟਡ ਕਾਟਨ ਜਾਂ ਮੋਟਾ ਕਾਟਨ ਦੀ ਹੋਵੇ ਔਰ ਵਿੱਚ ਇੱਕ ਫਿਲਰ ਲੇਅਰ ਹੋਵੇ। ਔਰ ਜਦੋਂ ਸਟੱਡੀ ਬਕਾਇਦਾ ਕੀਤੀ ਜਾ ਰਹੀ ਆ, ਅੱਜ ਤੁਸੀਂ ਦੇਖ ਸਕਦੇ ਹੋ CNN 'ਚ ਡਾਕਟਰ ਸੰਜੇ ਗੁਪਤਾ ਨੇ ਵੱਖ-ਵੱਖ ਚੀਜ਼ਾਂ ਦੇ ਨਾਲ ਦੱਸਿਆ ਵੀ ਅਗਰ ਆਪਾਂ ਖੰਘਦੇ ਆ ਤੇ ਘੱਟ ਤੋਂ ਘੱਟ 6 ਫੁੱਟ ਤੱਕ ਸਾਡਾ ਜਿਹੜਾ ਹੈਗਾ ਪਸਾਰਾ ਜਾਊਗਾ। ਅਗਰ ਅਸੀਂ ਇੱਕ ਰੁਮਾਲ ਬੰਨਦੇ ਆ ਤੇ 2.5 ਫੁੱਟ ਤੱਕ ਜਾਊਗਾ। ਜਿਹੜੇ ਉਹ ਮੈਕਸੀਕੋ 'ਚ ਬੈਂਡੇਨਾ ਟਾਈਪ ਹੁੰਦੇ ਆ ਜਾਂ ਜੋ ਵੀ ਆ, ਤਾਂ ਵੀ 2 ਫੁੱਟ ਤੱਕ ਜਾਊਗਾ। ਲੇਕਿਨ ਅਗਰ ਆਪਾਂ ਮਾਸਕ ਪਾ ਲੈਂਦੇ ਆ, ਭਾਵੇਂ ਹੋਮਮੇਡ ਮਾਸਕ ਵੀ ਆ, ਤੇ ਕੁਝ ਇੰਚਸ ਤੱਕ ਹੀ ਜਾਊਗਾ। ਔਰ ਉਹ ਬਹੁਤ ਇਫੈਕਟਿਵ ਹੁੰਦਾ, ਕਿਉਂਕਿ ਮੋਸਟ ਆਫ ਦਾ ਜਿਹੜਾ ਤੁਹਾਡਾ ਸਿਕ੍ਰੀਸ਼ਨ ਆ ਉਹ ਤੁਹਾਡੇ ਮਾਸਕ 'ਚ ਰਹਿ ਜਾਂਦਾ ਅਰਾਊਂਡ 90-95%, 5% ਜਾਂਦਾ। ਔਰ ਅਗਰ ਅਗਲੇ ਨੇ ਵੀ ਪਾਇਆ ਤੇ ਉਹਨੂੰ ਵੀ ਪ੍ਰੋਟੈਕਸ਼ਨ ਹੈਗੀ ਆ। ਜਦੋਂ ਮਾਸਕ ਦੀ ਗੱਲ ਚੱਲੀ, ਮੈਂ ਇੱਥੇ ਵੀ ਦੱਸਣਾ ਚਾਹੁੰਦਾ ਵੀ ਮਾਸਕ ਨੇ ਆਉਣ ਵਾਲੇ ਟਾਈਮ 'ਚ ਬੜਾ ਮਾਡਰਨ ਹੋ ਜਾਣਾ। ਆਲਰੇਡੀ ਲੋਕੀ ਆ ਮੈਚਿੰਗ ਮਾਸਕ ਪਾਉਣ ਲੱਗ ਪਏ ਆ, ਵੱਖ-ਵੱਖ ਡਿਜ਼ਾਈਨ ਦੇ, ਵੱਖ-ਵੱਖ ਰੰਗਾਂ ਦੇ। ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਇੰਡੀਆਨਾ ਹੈਗਾ, ਅਮਰੀਕਾ 'ਚ ਕੰਪਨੀ ਹੈਗੀ ਆ, ਉਹ ਬਣਾ ਰਹੇ ਸੀ ਬਾਇਓਫਿਲਮ, ਵੀ ਇੱਕ ਪਤਲੀ ਜੀ ਲੇਅਰ ਆ, ਉਹਦੇ 'ਚ ਛੋਟੇ-ਛੋਟੇ ਤਿਮਕਣੇ ਆ ਜ਼ਿੰਕ ਦੇ ਤੇ ਉਹਦੇ ਵਿੱਚ ਹੈਗੇ ਆ ਸਿਲਵਰ ਦੇ। ਤੇ ਜਦੋਂ ਉਹ ਲੇਅਰ ਮਾੜੀ ਜੀ ਗਿੱਲੀ ਹੁੰਦੀ ਹੈ ਤਾਂ ਉਹ 'ਚ ਇਲੈਕਟ੍ਰਿਕ ਕਰੰਟ ਚੱਲਦਾ ਜਿਹੜਾ ਤੁਹਾਨੂੰ ਤੰਗ ਨਹੀਂ ਕਰਦਾ। ਲੇਕਿਨ ਜਿਹੜੇ ਵੂੰਡ ਦੇ ਉੱਤੇ ਉਹ ਬਾਇਓਫਿਲਮ ਲਾਉਂਦੇ ਆ, ਉੱਥੇ ਬੈਕਟੀਰੀਆ, ਵਾਇਰਸ, ਕੋਈ ਵੀ ਜਰਾਸੀਮ ਹੈਗਾ, ਉਹਦਾ ਪਤਨ ਹੋ ਜਾਂਦਾ। ਮੇਰੀ ਮੁਰਾਦ ਇਹ ਆ ਵੀ ਮੂੰਹ ਰਾਹ ਐਂਟੀਬਾਇਓਟਿਕ ਜਾਂ ਲੋਕਲ ਕਰੀਮ ਮਲਮ ਲਾਉਣ ਦੀ ਲੋੜ ਨਹੀਂ ਪੈਂਦੀ। ਉਹੀ ਕੰਪਨੀ ਨੇ ਜਿਹੜਾ ਪੋਲੀਐਸਟਰ ਫੈਬਰਿਕ ਆ ਉਹਦੇ ਉੱਤੇ ਤਿਮਕਣੇ ਪਾਏ ਜ਼ਿੰਕ ਦੇ ਔਰ ਸਿਲਵਰ ਦੇ, ਔਰ ਜਦੋਂ ਉਹਨੂੰ ਗਿੱਲਾ ਕਰਦੇ ਤੇ ਥੋੜਾ ਕਰੰਟ ਚੱਲਦਾ ਔਰ ਉਹਨਾਂ ਦੇ ਲੈਬ ਦੇ ਵਿੱਚ ਕੋਈ ਵੀ ਵਾਇਰਸ, ਕੋਈ ਵੀ ਬੈਕਟੀਰੀਆ, ਕੋਈ ਵੀ ਜਰਾਸੀਮ ਉਹ ਮਾਸਕ ਦੇ ਵਿੱਚ 100% ਕਿਲ ਹੋ ਜਾਂਦਾ। ਸੋ ਆਉਣ ਵਾਲੇ ਸਮੇਂ 'ਚ ਸਪੈਸ਼ਲ ਫੈਬਰਿਕ ਬਣੂਗਾ ਜਿਹਦੇ ਵਿੱਚ ਛੋਟੇ-ਛੋਟੇ ਤਿਮਕਣੇ ਹੋਣਗੇ ਔਰ ਉਹ 100% ਜਿਹੜਾ ਹੈ ਇਫੈਕਟਿਵ ਹੋਊਗਾ। ਈਵਨ ਜਿਹੜੇ ਡਾਕਟਰ ਹੈਗੇ ਉਹਨਾਂ ਨੂੰ ਵੀ ਫਾਇਦਾ ਹੋ ਜਾਊਗਾ ਇਨਸਾਈਡ, ਕਿਉਂਕਿ ਹੁਣ ਆਪਾਂ N95 ਜਦੋਂ ਪਾਉਂਦੇ ਆ ਉਹ ਸਿਰਫ 95% ਪ੍ਰੋਟੈਕਟਿਵ ਆ, 100% ਪ੍ਰੋਟੈਕਟਿਵ ਉਹ ਵੀ ਨਹੀਂ ਹੈਗਾ। ਸੋ ਮਾਸਕ ਜਿਹੜਾ ਹੈਗਾ ਬਹੁਤ ਜ਼ਿਆਦਾ ਰਿਸਰਚ ਔਰ ਡਿਵੈਲਪਮੈਂਟ ਤੋਂ ਜਾ ਰਿਹਾ। ਡਾਕਟਰ ਸਾਹਿਬ, ਇਹਦੇ ਉੱਤੇ ਕੰਟਰੋਵਰਸੀ ਬੜੀ ਹੈ ਮਾਸਕ ਦੇ ਉੱਤੇ।
ਖਾਸ ਕਰ ਅਮਰੀਕਾ ਜਿੱਥੇ ਨੰਬਰ ਆਫ ਕੇਸਿਸ ਵੱਧ ਰਿਹਾ, ਉੱਥੇ ਇੱਕ ਗਰੁੱਪ ਆ ਜਿਹੜਾ ਇਹਦੀ ਸਪੋਰਟ ਕਰ ਰਿਹਾ, ਜਿਹੜਾ ਜੋ ਬਾਈਡਨ ਜਿਹੜੇ ਹੈਗੇ ਆ, ਉਹ ਕਹਿੰਦੇ ਵੀ ਇਹ ਪਾਉਣਾ ਚਾਹੀਦਾ। ਅੱਜ ਵੀ ਕਿਸੇ ਨੇ ਕਿਹਾ ਸੀ ਉੱਥੇ ਵੀ ਜੇ ਰਾਸ਼ਟਰਪਤੀ ਟਰੰਪ ਪਬਲਿਕ ਦੇ ਵਿੱਚ ਮਾਸਕ ਪਾ ਕੇ ਚਲੇ ਜਾਣ ਤਾਂ ਬਹੁਤ ਚੰਗਾ ਮੈਸੇਜ ਆਊਗਾ, ਇਹ ਸਪਰੈਡ ਹੋਣੋਂ ਬਚ ਜਾਊਗਾ। ਇੱਕ ਗਰੁੱਪ ਆ ਉਹ ਬਹੁਤ ਸਟਰੋਂਗਲੀ ਇਸ ਗੱਲ ਦਾ ਵਿਰੋਧ ਕਰ ਰਿਹਾ ਮਾਸਕ ਦਾ। ਉਹਨਾਂ ਨੇ ਕੁਛ ਸਿਟੀਜ਼ ਦੇ ਵਿੱਚ ਜਾ ਕੇ ਵੀ ਪ੍ਰਦਰਸ਼ਨ ਕੀਤੇ ਔਰ ਕਿਹਾ ਵੀ ਸਾਨੂੰ 5ਵੀਂ ਦੀ ਸਾਇੰਸ ਨਾ ਪੜ੍ਹਾਓ, ਵੀ ਇਹ 5ਵੀਂ 6ਵੀਂ ਜਮਾਤ ਦੀ ਸਾਇੰਸ ਵਿੱਚ ਵੀ ਲਿਖਿਆ ਹੈ ਕਿ ਕਾਰਬਨ ਡਾਈਆਕਸਾਈਡ ਅੰਦਰ ਨਹੀਂ ਲੈ ਕੇ ਜਾਣੀ, ਆਕਸੀਜਨ ਅੰਦਰ ਲੈ ਕੇ ਜਾਣੀ ਹੈ। ਵੀ ਤੁਸੀਂ ਸਾਡੇ ਮੂੰਹ ਦੇ ਉੱਤੇ ਮਾਸਕ ਪਾ ਕੇ ਜਿਹੜਾ ਸਾਡਾ ਜਿਹੜਾ ਮੁੱਢਲਾ ਅਧਿਕਾਰ ਆ ਸਾਹ ਲੈਣ ਦਾ ਦੁਨੀਆ ਦਾ, ਉਹਨੂੰ ਹੀ ਵਿਰਵੇ ਕਰ ਰਹੇ ਆ। ਇਹਦਾ ਕੋਈ ਵੀ ਬੇਸ ਨਹੀਂ ਹੈ। ਇਹਦੇ ਨਾਲ ਜਿਹੜੀ ਹੋਰ ਜ਼ਿਆਦਾ ਅਨਹੈਲਦੀ ਅਸੀਂ ਹੋ ਜਾਵਾਂਗੇ ਇਹਦੇ ਨਾਲ, ਜੇ ਮੂੰਹ ਦੇ ਉੱਤੇ ਮਾਸਕ ਪਾਵਾਂਗੇ। ਅਸੀਂ ਗੰਦੀ ਹਵਾ ਅੰਦਰ ਲੈ ਕੇ ਜਾ ਰਹੇ ਹਾਂ, ਕਿ ਜਿਹੜਾ ਇੱਕ ਬੇਸਿਕ ਰੈਸਪੀਰੇਟਰੀ ਸਿਸਟਮ ਦੇ ਅਪੋਜ਼ਿਟ ਆ ਇਹ ਗੱਲ। ਡਾਕਟਰ ਸਾਹਿਬ, ਇਹਦੇ ਬਾਰੇ ਕੀ ਕਹਿੰਦੇ ਹੋ ਜੀ? ਦੇਖੋ, ਦੋ ਗੱਲਾਂ ਹੈਗੀਆਂ। ਪਹਿਲੀ ਗੱਲ ਤੇ ਇਹ ਹੈਗੀ ਆ, ਜਿਸ ਕਰਨ ਜੇ ਵੀ ਆਪਾਂ ਰਿਸਰਚ ਬੇਸ ਗੱਲ ਕਰਨੀ ਆ, ਵੀ ਜਿਹੜੇ ਵੀ ਇਲਾਕੇ ਜਾਂ ਕੰਟਰੀ 'ਚ ਮੁੱਢਲੇ ਦਿਨਾਂ 'ਚ ਮਾਸਕ ਪਾਏ ਗਏ। ਦੇਖੋ, WHO ਨੇ ਮਾਸਕ ਮਾਰਚ ਦੇ ਵਿੱਚ ਜਾ ਕੇ ਕਿਹਾ, ਲੇਕਿਨ ਇਹ ਦਸੰਬਰ ਦੇ ਐਂਡ ਤੋਂ ਤੁਰਿਆ ਜਾਂਦਾ। ਉਹ ਸਾਨੂੰ ਪਤਾ ਉੱਥੇ ਕੋਵਿਡ ਦੇ ਕੇਸਿਸ ਵੀ ਘੱਟ ਹੋਏ, ਮੌਤਾਂ ਵੀ ਘੱਟ ਹੋਈਆਂ, ਔਰ ਜਿਨ੍ਹਾਂ ਨੇ ਮਾਸਕ ਪਾਇਆ ਸੀ ਉਹਨਾਂ ਨੇ ਕੋਈ ਸਾਈਡ ਇਫੈਕਟ ਰਿਪੋਰਟ ਨਹੀਂ ਕੀਤਾ। ਜਿਨ੍ਹਾਂ ਨੇ ਮਾਸਕ ਪਾਇਆ ਵੀ ਸੀ ਉਹਨਾਂ ਨੇ ਕੋਈ ਸਾਈਡ ਇਫੈਕਟ ਰਿਪੋਰਟ ਨਹੀਂ ਕੀਤਾ ਵੀ ਸਾਨੂੰ ਬੇਹੋਸ਼ੀ ਹੋ ਗਈ, ਚੱਕਰ ਆ ਗਏ, ਡਿੱਗ ਪਏ। ਕਿਉਂਕਿ ਜਦੋਂ ਕਾਰਬਨ ਡਾਈਆਕਸਾਈਡ ਲੈਟ ਸੇ ਵਧੂਗਾ, ਉਹ ਜਦੋਂ ਵੱਧਦਾ ਬ੍ਰੇਨ ਨੂੰ ਨਾ ਫਿਰ ਉਹ ਸੁੰਨ ਕਰੂਗਾ, ਤੁਹਾਨੂੰ ਚੱਕਰ ਆਉਣਗੇ, ਤੁਸੀਂ ਡਿੱਗ ਜਾਓਗੇ, ਅਨਕੌਂਸ਼ੀਅਸ ਹੋ ਜਾਓਗੇ ਜਦੋਂ ਕਾਰਬਨ ਡਾਈਆਕਸਾਈਡ ਵੱਧਦਾ। ਦੇਖੋ, ਇੱਕ ਐਂਜ਼ਾਈਟੀ ਦਾ ਇੱਕ ਕੰਡੀਸ਼ਨ ਹੁੰਦੀ ਜਿਹਨੂੰ ਕਹਿੰਦੇ ਪੈਨਿਕ ਅਟੈਕ। ਮੈਂ ਥੋੜਾ ਕਰਕੇ ਮਤਲਬ ਇਦਾਂ ਨਾ ਚਿੰਤਾ ਦਾ ਇੱਕ ਰੋਗ ਹੁੰਦਾ ਜਿਹਨੂੰ ਕਹਿੰਦੇ ਪੈਨਿਕ ਅਟੈਕ। ਵੀ ਉਦੋਂ ਨਾ ਹਾਈਪਰ ਵੈਂਟੀਲੇਸ਼ਨ ਹੁੰਦਾ ਤੇ ਅੰਦਰ ਆਕਸੀਜਨ ਘਟ ਜਾਂਦਾ, ਕਾਰਬਨ ਡਾਈਆਕਸਾਈਡ ਜਿਹੜਾ ਹੈਗਾ ਉਹ ਵੀ ਨਹੀਂ ਅੰਦਰੋਂ ਬਾਹਰ ਜਾਂਦਾ, ਤੇ ਉਹ ਹੌਲੀ ਹੌਲੀ ਉਹਨਾਂ ਨੂੰ ਏਦਾਂ ਲੱਗਦਾ ਵੀ ਅਸੀਂ ਸੁੰਨ ਹੋ ਜਾਣਾ। ਉਹਨਾਂ ਨੂੰ ਕਈ ਵਾਰ ਉਂਗਲਾਂ ਦੇ, ਪੈਰਾਂ ਦੇ, ਹੱਥਾਂ ਦੇ ਵਿੱਚ ਜਿਹੜੇ ਹੈਗੇ ਕੀੜੀਆਂ ਤੁਰਦੀਆਂ, ਏਦਾਂ ਬੇਹੋਸ਼ੀ ਹੋਣ ਦੇ ਸਿੰਪਟਮਸ ਹੁੰਦੇ ਆ। ਉਹਦੇ 'ਚ ਫਿਰ ਉਹਨਾਂ ਨੂੰ ਕਹੀਦਾ ਵੀ ਇੱਕ ਬਰਾਊਨ ਬੈਗ ਦੇ ਵਿੱਚ ਤੁਸੀਂ ਬਰੀਥ ਇਨ ਐਂਡ ਆਊਟ ਕਰੋ, ਤਾਂ ਕਿ ਤੁਸੀਂ ਹੌਲੀ ਹੌਲੀ ਆਪਣਾ ਜਿਹੜਾ ਹੈਗਾ ਇਮੋਸ਼ਨਸ ਜਿਹੜੇ ਹੈਗੇ ਕੰਟਰੋਲ ਕਰੋ। ਹੁਣ ਮੈਂ ਮੰਨਦਾ ਵੀ ਜਦੋਂ ਆਪਾਂ ਮਾਸਕ ਪਾਈਏ, ਜਿਹੜਾ ਨੈਚੁਰਲ ਜਿਹੜਾ ਹੈਗਾ 에ਅਰ ਫਲੋ ਉਹਨੂੰ ਬਾਧਾ ਪੈਂਦੀ, ਮੈਂ ਮੰਨਦਾ ਗੱਲ। ਸਮੱਸਿਆ ਇਹ ਆ ਵੀ ਅਗਰ ਆਪਾਂ ਮਾਸਕ ਨਹੀਂ ਪਾਇਆ, ਕੋਵਿਡ ਹੋ ਗਿਆ, ICU ਤੇ ਚਲੇ ਗਏ, ਤਾਂ ਫਿਰ ਵੈਂਟੀਲੇਟਰ ਦੀ ਲੋੜ ਵੀ ਪੈ ਸਕਦੀ ਹੈ। ਦੇਖੋ, कुछ पाने के लिए कुछ खोना पड़ता, सो थोड़ा बहुत ਜਿਹੜਾ ਹੈਗਾ ਸਾਨੂੰ ਕਰਨਾ ਪੈਣਾ। ਔਰ ਮੈਂ ਇਹ ਨਹੀਂ ਕਹਿੰਦਾ ਵੀ ਮਾਸਕ ਬਿਲਕੁਲ ਤੁਸੀਂ 8-10 ਘੰਟੇ ਜਦੋਂ ਹੈਗੇ ਉਦੋਂ ਪਾ ਕੇ ਰੱਖੋ, ਜਦੋਂ ਤੁਸੀਂ ਵਾਸ਼ਰੂਮ ਬ੍ਰੇਕ ਲੈਂਦੇ ਹੋ ਉਦੋਂ ਲਾ ਕੇ ਵੈਂਟੀਲੇਸ਼ਨ ਇੰਪਰੂਵ ਕਰ ਲਓ। ਤੁਸੀਂ ਜਦੋਂ ਬ੍ਰੇਕਸ ਵਿੱਚ ਲੈਂਦੇ ਹੋ, ਅਗਰ ਤੁਹਾਡੇ ਲਾਗੇ ਜਾ ਕੇ 10-12 ਫੁੱਟ 'ਚ ਕੋਈ ਨਹੀਂ ਹੈਗਾ ਜਿੱਥੇ ਤੁਸੀਂ ਬੈਠੇ, ਮਾਸਕ ਨਾ ਲਾਓ। ਸੋ ਮੈਂ ਇਹ ਹੈ ਨਾ, ਸਭ ਦੇ ਰਹਿਣਾ ਪੈਣਾ ਸਾਨੂੰ। ਮਤਲਬ ਵੀ ਸਾਨੂੰ ਏਦਾਂ ਨਹੀਂ ਵੀ ਲਕੀਰ ਦਾ ਫਕੀਰ ਬਣਨਾ ਪੈਣਾ ਵੀ ਹੁਣ 8 ਘੰਟੇ ਲਾਇਆ ਆਪਾਂ ਲਾ ਹੀ ਨਹੀਂ ਸਕਦੇ। ਕਿਉਂ ਨਹੀਂ, ਜਦੋਂ ਖਾਣਾ ਪਾਣੀ ਪੀਣਾ ਉਦੋਂ ਵੀ ਲਾ ਸਕਦੇ ਆ। ਸੋ ਸਾਨੂੰ ਉਦੋਂ ਉਹ ਡਿਸਟੈਂਸ ਜਿਹੜਾ ਹੈਗਾ ਬਰਕਰਾਰ ਰੱਖਣਾ ਚਾਹੀਦਾ, ਔਰ ਲਾਗੇ ਜਾ ਕੇ ਕੋਈ ਵੀ ਸਾਡੇ ਖੰਗਣ ਵਾਲਾ ਇਨਸਾਨ ਨਹੀਂ ਹੋਣਾ ਚਾਹੀਦਾ। ਸੋ ਆਪਾਂ ਨੂੰ ਥੋੜੀ ਜਿਹੀ ਸਿਵਲਾਈਜ਼ਡ ਹੋਣ ਦੀ ਲੋੜ ਹੈਗੀ ਹੈ, ਥੋੜੇ ਜਿਹੇ ਸਭ्य ਰਹਿਣ ਦੀ ਲੋੜ ਆ, ਥੋੜੀ ਕਾਈਂਡ ਰਹਿਣ ਦੀ ਲੋੜ ਹੈ, ਕੰਪੈਸ਼ਨੇਟ ਰਹਿਣ ਦੀ ਲੋੜ ਹੈ ਜੀ। ਡਾਕਟਰ ਸਾਹਿਬ, ਅਸੀਂ ਦੂਜੇ ਹਿੱਸੇ ਵਿੱਚ ਗੱਲਬਾਤ ਕਰਨੀ ਹੈ। ਅਸੀਂ ਥੋੜੀ ਜਿਹੀ ਗੱਲਬਾਤ ਸ਼ੁਰੂ ਵੀ ਕੀਤੀ ਸੀ ਸਾਡੇ ਡਾਈਜੈਸ਼ਨ ਬਾਰੇ। ਅਸੀਂ ਇੱਕ ਇੱਕ ਕਰਕੇ ਆਪਣੇ ਬੋਡੀ ਦੇ ਸਿਸਟਮ ਜਿਹੜੇ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ, ਉਹਦੇ ਬਾਰੇ ਜਾਣਕਾਰੀ ਚਾਹੁੰਦੇ ਹਾਂ। ਸਾਡੇ ਕੋਲ ਬਹੁਤ ਸਾਰਾ ਗਿਆਨ ਹੁੰਦਾ ਆਪਣੇ ਸਰੀਰ ਬਾਰੇ, ਪਰ ਕਈ ਵਾਰੀ ਓਪਰਾ ਹੁੰਦਾ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਗੈਸ ਮੇਰੇ ਦਿਮਾਗ ਨੂੰ ਚੜ੍ਹ ਗਈ, ਉਹਦੇ ਨਾਲ ਚੱਕਰ ਆਉਣ ਲੱਗ ਪਿਆ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਫਲਾਣੀ ਚੀਜ਼ ਮੈਂ ਖਾਧੀ ਸੀ, ਉਹ ਸਿੱਧੀ ਦਿਲ ਦੇ ਉੱਤੇ ਜਾ ਕੇ ਬੈਠ ਗਈ। ਸਾਨੂੰ ਨਹੀਂ ਸਮਝ ਆਉਂਦੀ ਕਿ ਮੂੰਹ ਤੋਂ ਬਾਅਦ ਅੰਦਰ ਕੋਈ ਨਾੜੀ ਸਿੱਧੀ ਦਿਲ ਨੂੰ ਜਾਂਦੀ ਆ ਜਾਂ ਕਿਡਨੀ ਨੂੰ ਜਾਂਦੀ ਆ। ਸਾਨੂੰ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਬੇਸਿਕ ਸਾਡੇ ਡਾਈਜੈਸਟਿਵ ਸਿਸਟਮ ਦਾ ਸਮਝਾਇਓ ਕਿ ਜੋ ਅਸੀਂ ਖਾਂਦੇ ਹਾਂ ਅਲਟੀਮੇਟਲੀ ਉਹਦਾ ਬਣਦਾ ਕੀ ਆ, ਔਰ ਉਹਦੇ ਐਕਸਕ੍ਰੀਸ਼ਨ ਦੇ ਬਾਹਰ ਜਾਣ ਤੱਕ ਇਹ ਕਿਹੜੇ ਅੰਗਾਂ ਦੇ ਵਿੱਚੋਂ ਗੁਜ਼ਰਦਾ ਆ ਜੀ। ਬਹੁਤ ਤੁਹਾਡਾ ਪ੍ਰੈਕਟੀਕਲ ਕੁਐਸਚਨ ਹੈਗਾ। ਔਰ ਅਸੀਂ ਜਿੱਦਾਂ ਰੋਜ਼ ਹੀ ਖਾਣਾ ਖਾਂਦੇ ਹਾਂ, ਔਰ ਰੋਜ਼ ਹੀ ਸਾਡਾ ਡਾਈਜੈਸਟਿਵ ਸਿਸਟਮ ਪੂਰੇ ਜੋਰਾਂ ਸ਼ੋਰਾਂ ਦੇ ਨਾਲ, ਜਦੋਂ ਦੇ ਅਸੀਂ ਪੈਦਾ ਹੋਏ ਹਾਂ ਔਰ ਜਦ ਤੱਕ ਅਸੀਂ ਇੱਥੇ ਰਹਿਣਾ, ਬਕਾਇਦਾ ਵਧੀਆ ਕੰਮ ਕਰਦਾ। ਜਿਹੜਾ ਨਾ ਮੂੰਹ ਹੈਗਾ, ਇਹਦੇ ਵਿੱਚ ਦੰਦ ਆ, ਜੀਭ ਹੈਗੀ ਆ, ਤੇ ਇੱਥੇ ਜਿਵੇਂ ਪੈਰੋਟਿਡ ਕਹਿ ਲਓ, ਠੋਡੀ ਦੇ ਥੱਲੇ ਤੇ ਜੌ ਦੇ ਐਂਗਲ 'ਚ ਸੈਲਿਵਰੀ ਗਲੈਂਡ ਹੈਗੀ, ਜਿੱਦਾਂ ਥੁੱਕ ਬਣਦਾ। ਅਮੂਮਨ ਅੱਧੇ ਲੀਟਰ ਤੋਂ 1.5 ਲੀਟਰ ਬਣਦਾ। ਜਦੋਂ ਅਸੀਂ ਖਾਣਾ ਦੇਖੀਏ ਵੀ ਨਾ, ਤੇ ਸਾਡਾ ਥੁੱਕ ਥੋੜਾ ਜਿਹਾ ਜ਼ਿਆਦਾ ਬਣੂਗਾ ਵੀ ਸਾਨੂੰ ਹੁਣ
ਬੋਡੀ ਤਿਆਰ ਕਰ, ਉਹਨੂੰ ਕਹਿੰਦੇ ਸਿਫੈਲਿਕ ਫੇਸ, CEPHALIC, ਵੀ ਮਾਈਂਡ ਜਿਹੜਾ ਹੈਗਾ ਉਹ ਤੁਹਾਨੂੰ ਕਹਿੰਦਾ ਹਾਂ ਸਾਹਮਣੇ ਤੁਹਾਡੇ ਪਸੰਦੀਦਾ ਖਾਣਾ, ਤੁਹਾਡਾ ਥੁੱਕ ਜ਼ਿਆਦਾ ਬਣਾਉਂਦੇ ਆ ਤਾਂ ਕਿ ਤੁਸੀਂ ਜਦੋਂ ਖਾਓਗੇ ਉਹਨੂੰ ਮਿਕਸ ਹੋਣਾ ਸ਼ੁਰੂ ਹੋਏ। ਜਦੋਂ ਥੁੱਕ ਦੇ ਨਾਲ ਮਿਕਸ ਹੁੰਦਾ ਨਾ, ਡਾਈਜੈਸ਼ਨ ਉੱਥੇ ਹੀ ਸ਼ੁਰੂ ਹੋ ਜਾਂਦੀ ਆ। ਐਂਜ਼ਾਈਮਸ ਹੁੰਦੇ ਆ ਜਿਹੜੇ ਫੂਡ ਨੂੰ ਬ੍ਰੇਕ ਡਾਊਨ ਕਰਨੇ ਸ਼ੁਰੂ ਹੁੰਦੇ, ਖਾਸ ਕਰਕੇ ਕਾਰਬੋਹਾਈਡਰੇਟ। ਜਦੋਂ ਆਪਾਂ ਫੂਡ ਦੀ ਗੱਲ ਕਰਦੇ ਆ, 3 ਮੇਨ ਇਹਦੇ ਚ ਐਲੀਮੈਂਟ ਆ, ਕਾਰਬੋਹਾਈਡਰੇਟ, ਪ੍ਰੋਟੀਨ ਔਰ ਫੈਟ, ਔਰ ਮਿਨਰਲਸ ਆ, ਵਾਈਟਮਿਨ ਆ, ਆਇਰਨ, ਉਹ ਦੂਜੀ ਗੱਲ ਆ। ਲੇਕਿਨ 3 ਮੇਜਰ ਪੋਰਸ਼ਨ ਹੈਗੇ ਆ। ਕਾਰਬੋਹਾਈਡਰੇਟ ਮੀਨਸ ਦਾਣੇ, ਉਹ ਕਣਕ ਹੋ ਸਕਦੀ ਆ, ਕਣਕ ਦੇ ਵੱਖਰੇ ਵੱਖਰੇ ਰੂਪ ਹੋ ਸਕਦੇ ਆ, ਰੋਟੀ ਹੋ ਸਕਦੀ, ਬ੍ਰੈਡ ਹੋ ਸਕਦੀ, ਪਾਸਤਾ ਹੋ ਸਕਦੀ, ਜੋ ਵਗੈਰਾ। ਫਿਰ ਚੌਲ ਆ, ਉਹਦੇ ਵੱਖਰੇ ਵੱਖਰੇ ਰੂਪ ਹੋ ਸਕਦੇ ਆ। ਮੱਕੀ ਦਾ ਜਿਹੜਾ ਹੈਗਾ, ਸੋ ਦਾਣੇ ਕਹਿ ਸਕਦੇ ਆਪਾਂ, ਗ੍ਰੇਨਸ। ਦੂਜਾ ਜਿਹੜਾ ਹੈਗਾ ਪ੍ਰੋਟੀਨ, ਪ੍ਰੋਟੀਨ ਹੁੰਦਾ ਮੀਟ, ਮੱਛੀ, ਅੰਡਾ, ਚਿਕਨ, ਜਾਂ ਫਿਰ ਕਾਲੇ ਚਨੇ, ਰਾਜਮਾ, ਦਾਲਾਂ, ਸੋਇਆਬੀਨ, ਟੋਫੂ। ਤੇ ਤੀਜਾ ਹੁੰਦਾ ਫੈਟ, ਵੀ ਜਿਹਦੇ ਚ ਆਪਾਂ ਕਹਿ ਸਕਦੇ ਘਿਓ, ਕਹਿ ਸਕਦੇ ਹਾਂ ਤੇਲ, ਕਹਿ ਸਕਦੇ ਚਰਬੀ, ਕਹਿ ਸਕਦੇ ਹਾਂ, ਜੋ ਵੀ ਤੁਸੀਂ ਕਹਿਣਾ, ਮਤਲਬ ਫੈਟਸ। ਹੁਣ ਜਦੋਂ ਅਸੀਂ ਖਾਂਦੇ ਆ, ਉਹ ਛੋਟੇ ਛੋਟੇ ਬੋਲਸ ਬਣਦੇ ਆ, BOLUS, ਉਹ ਸਾਡੇ ਖਾਣ ਵਾਲੀ ਨਾਲੀ ਤੋਂ ਹੌਲੀ 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 ਮਿਹਦੇ 'ਚ ਜਾਣੇ ਸ਼ੁਰੂ ਹੁੰਦੇ ਆ। ਔਰ ਸਾਡੇ ਪੂਰੇ ਜਿਹੜੀ ਡਾਈਜੈਸਟਿਵ ਸਿਸਟਮ ਆ, ਉਹਦੇ 'ਚ ਕੁਝ ਲਹਿਰਾਂ, ਜਿੱਦਾਂ ਪਾਣੀ 'ਚ ਲਹਿਰਾਂ ਚੱਲਦੀਆਂ, ਉਹਨੂੰ ਅੰਗਰੇਜ਼ੀ ਨਾਮ ਮੈਨੂੰ ਪਤਾ, ਪੰਜਾਬੀ ਨਾਮ ਨਹੀਂ ਪਤਾ, ਪੈਰਿਸਟਾਲਸਿਸ ਕਹਿੰਦੇ ਆ, PERISTALSIS, ਵੀ ਉਹ ਮੂਵਮੈਂਟ ਹੋਊਗਾ ਤਾਂ ਫੂਡ ਥੱਲੇ ਜਾਊਗਾ। ਸੋ ਛੱਲਾ ਵਾਂਗਰ ਕਹਿ ਲਓ ਜਾਂ ਵੇਵਸ ਵਾਂਗਰ ਕਹਿ ਲਓ। ਜਦੋਂ ਮਿਹਦੇ 'ਚ ਫੂਡ ਜਾਂਦਾ, ਮਿਹਦੇ 'ਚ ਆਲਰੇਡੀ ਸਟਮਕ ਦਾ ਜੂਸ ਸੈਕਰੀਟ ਹੋ ਰਿਹਾ, ਇਹ ਵੀ 1.5 ਤੋਂ ਕਰੀਬਨ 3 ਲੀਟਰ ਤੱਕ ਰੋਜ਼ ਬਣਦਾ। ਔਰ ਇਹਦੇ ਵਿੱਚ ਹਾਈਡਰੋਕਲੋਰਿਕ ਐਸਿਡ ਬਹੁਤ ਵੱਡੀ ਮਾਤਰਾ 'ਚ ਹੁੰਦਾ, ਔਰ ਥੋੜਾ ਜਿਹਾ ਡਾਈਜੈਸ਼ਨ ਵਾਲੀ ਤੱਤ ਵੀ ਹੁੰਦੇ ਆ। ਔਰ ਸਟਮਕ ਦਾ pH 2 ਤੋਂ 3.5 ਹੁੰਦਾ, ਸੋ ਤੁਸੀਂ ਗਿਣ ਲਓ 3 ਦੇ ਲਾਗੇ ਚਾਗੇ। ਜਿਹੜਾ ਨਿਊਟਰਲ pH ਹੈ ਉਹ 7 ਆ। 7 ਤੋਂ ਉੱਤੇ ਜਾਵਾਂਗੇ ਤੇ ਆਪਾਂ ਕਹਾਂਗੇ ਐਲਕਲਾਈਨ, 7 ਤੋਂ ਥੱਲੇ ਰਵਾਂਗੇ ਆਪਾਂ ਕਹਾਂਗੇ ਐਸਿਡਿਕ। ਸੋ 3 pH ਕਹੀਏ ਤੇ ਐਸਿਡਿਕ ਆ। ਉਹਦਾ ਮੇਨ ਰੀਜ਼ਨ ਇਹ ਹੁੰਦਾ ਵੀ ਸਾਰਾ ਜਿਹੜਾ ਖਾਣਾ ਹੈਗਾ, ਜੋ ਵੀ ਤੁਸੀਂ ਖਾਧਾ, ਉਹ ਇੱਕ ਬਿਲਕੁਲ ਲਿਕੁਇਡ ਬਣ ਜਾਏ। ਜਦ ਐਨ ਲਿਕੁਇਡ ਬਣ ਗਿਆ, ਫਿਰ ਜਿਹੜਾ ਸਾਡਾ ਮਿਹਦਾ ਜਾਂ ਢਿੱਡ ਆ ਜਾਂ ਸਟਮਕ ਆ, ਉਹਨੇ ਹੌਲੀ 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 ਉਹਨੂੰ ਥੱਲੇ ਨੂੰ ਭੇਜ ਜਾਣਾ। ਕਰੀਬਨ 4 ਤੋਂ 6 ਘੰਟੇ ਢਿੱਡ ਦੇ ਵਿੱਚ ਜਿੱਦਾਂ ਮਧਾਣੀ ਵਾਂਗਰ ਵੀ ਰਿੜਕਿਆ ਜਾਂਦਾ, ਜਿੱਦਾਂ ਮਧਾਣੀ ਨਹੀਂ ਰਿੜਕਦੇ ਆਪਾਂ, ਉਦਾਂ ਵੀ ਚਰਨ ਹੁੰਦਾ, ਗੋਲ ਗੋਲ ਪੈਟਰਨ ਵੀ ਹੁੰਦਾ ਔਰ ਵੇਵਸ ਪੈਟਰਨ ਵੀ ਹੁੰਦਾ। ਇਹ 3 ਕਿਸਮ ਦੇ ਮਸਲ ਹੁੰਦੇ ਆ ਸਾਡੇ ਮਿਹਦੇ 'ਚ। ਫਿਰ ਜਦੋਂ ਮਿਹਦੇ ਦਾ ਥੱਲਾ ਹਿੱਸਾ, ਉਹਨੂੰ ਕਹਿੰਦੇ ਪਾਇਲੋਰਸ, PYLORUS, ਉਹਦੇ ਜਦੋਂ ਖਾਣਾ ਜਾਣ ਲੱਗਾ, ਉੱਥੇ ਜਿਹੜਾ ਸਾਡਾ ਲਿਵਰ ਆ ਜਾਂ ਜਿਗਰ ਹੈ, ਜਿਹੜਾ ਰਾਈਟ ਸਾਈਡ 'ਚ ਆਪਾਂ ਕਹਿੰਦੇ ਆ, ਕਲੇਜਾ ਵੀ ਕਹਿੰਦੇ, ਕਾਲਜਾ ਵੀ ਕਹਿੰਦੇ ਆ, ਔਰ ਉੱਥੇ ਗਾਲ ਬਲੈਡਰ ਹੈਗਾ, ਜਿਹਨੂੰ ਆਪਾਂ ਪਿੱਤ ਕਹਿੰਦੇ ਆ। ਤੇ ਲਿਵਰ ਦਾ ਜਿਹੜਾ ਸੈਕਰੀਸ਼ਨਸ ਆ, ਉਹ ਪਿੱਤ 'ਚ ਆ ਕੇ ਬਹਿੰਦਾ। ਪਿੱਤ ਦੀ ਜਿਹੜੀ ਨਾੜੀ ਆ, ਉਹਨੂੰ ਕਹਿੰਦੇ ਆ ਬਾਇਲ ਡਕਟ। ਹੋਰ ਜਿਹੜਾ ਮਿਹਦੇ ਦਾ ਜਿਹੜਾ ਡਿਊਡੇਨਮ ਆ, ਉਹ ਸੀ ਦੇ ਵਿੱਚ ਜ਼ਬਾਨ ਵਰਗਾ ਇੱਕ ਟਿਸ਼ੂ, ਉਹਨੂੰ ਕਹਿੰਦੇ ਪੈਨਕ੍ਰੀਅਸ। ਪੈਨਕ੍ਰੀਅਸ ਦਾ ਵੀ ਪੰਜਾਬੀ ਲਫ਼ਜ਼ ਨਹੀਂ ਹੈਗਾ, PANCRES। ਇਹ ਅੱਧਾ ਕੰਮ ਕਰਦਾ ਡਾਈਜੈਸਟਿਵ ਐਂਜ਼ਾਈਮ ਦਾ, ਅੱਧਾ ਕੰਮ ਕਰਦਾ ਇਨਸੂਲਿਨ ਬਣਾਉਣ ਦਾ, ਜਿਹਦੇ ਨਾਲ ਸ਼ੂਗਰ ਦਾ ਰੋਗ ਹੋ ਸਕਦਾ ਅਗਰ ਇਨਸੂਲਿਨ ਨਾ ਬਣੇ। ਉਹ ਫਿਰ ਨਾੜੀ ਮੀਟ ਹੋ ਕੇ ਕਾਮਨ ਬਾਇਲ ਡਕਟ ਦੇ ਨਾਲ ਮਿਲ ਕੇ, ਦੋਵੇਂ ਨਾੜੀਆਂ ਵਾਈ ਸ਼ੇਪ ਮੀਟ ਹੋ ਕੇ ਇੱਕ ਨਾੜੀ ਬਣ ਕੇ ਆ ਕੇ ਜਿਹੜਾ ਡਿਊਡੇਨਮ ਆ, ਉੱਥੇ ਆਪਣਾ ਸੈਕ੍ਰੀਸ਼ਨ ਪਾਉਂਦੀਆਂ। ਜਦ ਉੱਥੇ ਪਾਉਂਦੀਆਂ, ਜ਼ਿਆਦਾ ਜਿਹੜਾ ਕਾਲਜੇ ਤੋਂ ਆ ਰਿਹਾ, ਉਹ ਫੈਟ ਡਾਈਜੈਸ਼ਨ ਵਾਸਤੇ ਹੁੰਦਾ। ਜਿਹੜਾ ਪੈਨਕ੍ਰੀਅਸ ਤੋਂ ਆ ਰਿਹਾ, ਉਹਦੇ ਚ ਬਾਈਕਾਰਬੋਨੇਟ ਜ਼ਿਆਦਾ ਹੁੰਦਾ, ਤਾਂ ਕਿ ਜਿਹੜਾ pH ਹੈ ਉਹ ਫਿਰ 7 ਦੇ ਲਾਗੇ ਚਾਗੇ ਹੋ ਜਾਏ। ਕਿਉਂਕਿ ਜਿਹੜੀ ਛੋਟੀ ਆਂਤੜੀ ਆ, ਉਹਦੇ ਚ ਅਗਰ ਐਸਿਡ ਚਲਾ ਗਿਆ ਤੇ ਸੜ ਜੂਗੀ। ਸੋ ਐਸਿਡ ਦਾ ਜਿਹੜਾ ਜ਼ਿੰਮੇਵਾਰੀ ਆ, ਉਹ ਸਿਰਫ ਮਿਹਦੇ 'ਚ ਰੱਖੀ ਮਹਾਰਾਜ ਨੇ, ਨਾ ਖਾਣੇ ਵਾਲੀ ਨਾਲੀ 'ਚ ਐਸਿਡ ਜੋ ਜਿਹੜੀ ਸਾਡੀ ਫੂਡ ਪਾਈਪ, ਨਾ ਜਿਹੜੀ ਆਂਤੜੀਆਂ ਉਹਦੇ ਵਿੱਚ। ਜਿਹੜੀ ਛੋਟੀ ਆਂਤੜੀ ਆ, ਕਰੀਬਨ 20 ਫੁੱਟ ਲੰਬੀ ਆ, ਲੇਕਿਨ ਉਹਨੂੰ ਗੋਲ-ਮੋਲ ਕਰਕੇ ਪੈਕ ਕੀਤਾ ਗਿਆ ਤੇ ਉਹਦਾ ਡਾਇਮੀਟਰ ਹੈਗਾ 1 ਇੰਚ। ਉਹਦੇ ਜਿੱਦਾਂ ਮੇਰੀ ਉਂਗਲੀਆਂ, ਇਹਦਾ ਮਾਈਕਰੋਸਕੋਪਿਕ ਵਿਲਾ ਆ, VILLI, ਉਹਦੇ ਪੈਰੀਫਰੀ ਤੋਂ ਜਿਹੜਾ ਹੈਗਾ ਸਮਾਨ ਐਬਜ਼ੌਰਬ ਹੁੰਦਾ, ਜਿਹਦਾ ਲਿਕੁਇਡ ਮਟੀਰੀਅਲ ਦੇ ਵਿੱਚੋਂ ਫੈਟ, ਕਾਰਬੋਹਾਈਡਰੇਟ, ਪ੍ਰੋਟੀਨ, ਮਿਨਰਲਸ, ਵਾਈਟਾਮਿਨ, ਆਇਰਨ, ਜੋ ਵੀ ਤੁਸੀਂ ਖਾਦਾ, ਹੌਲੀ ਹੌਲੀ ਐਬਜ਼ੌਰਬ ਹੋ ਕੇ ਸਾਰਾ ਮਟੀਰੀਅਲ ਲਿਵਰ 'ਚ ਜਾਣਾ। ਪਹਿਲੋਂ ਉੱਥੇ ਪ੍ਰੋਸੈਸ ਹੋਊਗਾ, ਉਹ 'ਚ ਬਾਅਦ 'ਚ ਆਵਾਂਗੇ। ਫਿਰ ਜਿਹੜਾ ਮਟੀਰੀਅਲ ਹੈ ਬਹੁਤ ਲਿਕੁਇਡ ਆ, ਇਹ ਵੱਡੀ ਆਂਤੜੀ 'ਚ ਚਲਾ ਗਿਆ, ਜਿਹਨੂੰ ਆਪਾਂ ਕੋਲੋਨ ਕਹਿੰਦੇ ਆ ਜਾਂ ਲਾਰਜ ਇੰਟੈਸਟਾਈਨ। ਜਿਹੜਾ ਛੋਟੀ ਆਂਤੜੀ ਦਾ ਹਿੱਸਾ ਜਦੋਂ ਲਾਰਜ ਇੰਟੈਸਟਾਈਨ ਦੇ ਨਾਲ ਮਿਲਣਾ, ਉੱਥੇ ਵੀ ਇੱਕ ਵਾਲਵ ਹੈ, ਉਹਨੂੰ ਕਹਿੰਦੇ ਇਲੀਓਸੀਕਲ ਵਾਲਵ, ਔਰ ਉਹਦੇ ਥੱਲੇ ਇੱਕ ਬਿਲਕੁਲ ਛੋਟਾ ਜਿਹਾ
ਜਿੱਦਾਂ ਮੇਰੀ ਚੀਚੀ ਆ ਉਹਨਾਂ ਕੁ ਹਿੱਸਾ ਉਹਨੂੰ ਕਹਿੰਦੇ ਅਪੈਂਡਿਕਸ। ਤੁਸੀਂ ਸੁਣਿਆ ਹੋਣਾ ਕਈਆਂ ਨੂੰ ਅਪੈਂਡਿਕਸ ਹੋ ਗਿਆ ਫਿਰ ਸਰਜਰੀ ਕਰਕੇ ਕੱਢਣਾ ਪਿਆ। ਉਹ ਦੋ ਜੰਕਸ਼ਨ ਦੇ ਏਰੀਆ 'ਚ ਹੈ ਜਿੱਥੇ ਛੋਟੀ ਆਂਤੜੀ ਤੇ ਵੱਡੀ ਆਂਤੜੀ। ਹੁਣ ਵੱਡੀ ਆਂਤੜੀ ਦਾ ਡਾਇਆ ਹੈਗਾ 3 ਇੰਚ ਤੇ ਉਹਦੀ ਟੋਟਲ ਲੈਂਥ ਹੈਗੀ ਆ 4 ਤੋਂ 5 ਫੁੱਟ, ਖਾਲੀ ਇੱਥੋਂ ਜਾ ਕੇ ਏਦਾਂ ਜਾ ਕੇ ਥੱਲੇ, ਔਰ ਉਹ ਫਿਰ ਐਕਸਕ੍ਰੀਸ਼ਨ ਬਾਹਰ ਨੂੰ ਲੈ ਕੇ ਆਉਗੀ। ਜਿਹੜੀ ਵੱਡੀ ਆਂਤੜੀ ਆ ਉਹਦਾ ਇੱਕੋ ਹੀ ਕੰਮ ਆ ਵੀ ਉਹਨੇ ਅੰਦਰੋਂ ਪਾਣੀ ਖਿੱਚਣਾ। ਕੋਈ ਚੀਜ਼ ਪਤਲੀ ਆ ਉਹਦੇ ਚੋਂ ਪਾਣੀ ਕੱਢਦੇ ਜਾਓ ਕੱਢਦੇ ਜਾਓ ਕੱਢਦੇ ਜਾਓ, ਮਟੀਰੀਅਲ ਜਿਹੜਾ ਉਹਦੇ ਵਿੱਚ ਜੋ ਵੀ ਆ ਉਹ ਸੈਮੀ ਸੋਲਿਡ ਹੁੰਦਾ ਜਾਊਗਾ, ਸੋਲਿਡ ਹੁੰਦਾ ਜਾਊਗਾ। ਇਸ ਲਈ ਸਾਡੀ ਜਦੋਂ ਟੱਟੀ ਬਾਹਰ ਆਉਂਦੀ ਉਹ ਸੈਮੀ ਸੋਲਿਡ ਟੂ ਸੋਲਿਡ ਹੁੰਦੀ ਆ। ਔਰ ਥੱਲੇ ਸਪਿੰਟਰ ਹੈਗਾ, ਅਸੀਂ ਕੰਟਰੋਲ ਕਰ ਸਕਦੇ। ਅਗਰ ਸਮਝੋ ਸਾਨੂੰ ਆਈ ਵੀ ਆ, ਅਸੀਂ ਰੁੱਝੇ ਹੋਏ ਆ, ਜਦ ਤੱਕ ਟਾਇਲਟ ਨਹੀਂ ਲੱਭਦੀ ਤਾਂ ਅਸੀਂ ਕੰਟਰੋਲ ਕਰ ਸਕਦੇ ਆ, ਫਿਰ ਉੱਥੇ ਜਾ ਕੇ ਐਕਸਕ੍ਰੀਟ ਕਰ ਦਿੰਦੇ ਆ। ਐਕਸਕ੍ਰੀਸ਼ਨ ਜਿਹੜਾ ਸਾਡਾ ਹੈਗਾ ਉਹ ਵੇਸਟ ਆ। ਬੋਡੀ ਕਹਿੰਦੀ ਵੀ ਇਹ ਚੀਜ਼ ਚਾਹੀਦੀ ਨਹੀਂ ਸੀ ਇਸ ਲਈ ਅਸੀਂ ਸੁੱਟ ਦਿੱਤੀ, ਨਹੀਂ ਤਾਂ ਬੋਡੀ ਸਾਰਾ ਕੁਝ ਐਬਜ਼ੌਰਬ ਕਰੂਗੀ। ਜਦੋਂ ਮੈਂ ਕਿਹਾ ਮਟੀਰੀਅਲ ਜਾ ਕੇ ਲਿਵਰ 'ਚ, ਉਹ ਖੂਨ ਦੀ ਨਸਾਂ ਦੇ ਨਾਲ ਜਾਂਦਾ, ਉਹਨੂੰ ਕਹਿੰਦੇ ਪੋਰਟਲ ਸਿਸਟਮ ਜਾਂ ਪੋਰਟਲ ਵੇਨ। ਤਾਂ ਲਿਵਰ 'ਚ ਜਾ ਕੇ ਹਰ ਇੱਕ ਸਿਸਟਮ ਜਿਹੜੀ ਹੈਗੀ ਆ ਉਹ ਪ੍ਰੋਸੈਸ ਹੁੰਦੀ ਆ। ਸ਼ੂਗਰ ਜਿਹੜਾ ਹੈਗਾ ਪ੍ਰੋਸੈਸ ਹੁੰਦਾ। ਅਗਰ ਬਹੁਤ ਜ਼ਿਆਦਾ ਹੋ ਗਿਆ, ਲਿਵਰ ਕਹਿੰਦੀ ਆ ਇਹਨੂੰ ਮੈਂ ਸੁੱਟਣਾ ਨਹੀਂ ਆ, ਇਹਨੂੰ ਗਲਾਈਕੋਜਨ ਕਰਕੇ ਮੈਂ ਸਟੋਰ ਕਰੂੰਗੀ। ਅਗਰ ਫਿਊਚਰ 'ਚ ਇਹਨੂੰ ਨਹੀਂ ਮਿਲਦਾ ਕੁਝ ਖਾਣ ਨੂੰ, ਮੈਂ ਗਲਾਈਕੋਜਨ ਤੋਂ ਸ਼ੂਗਰ ਬਣਾ ਲੂੰਗੀ। ਅਗਰ ਆਪਾਂ ਫਾਸਟਿੰਗ ਕਰ ਲਈਏ 24 ਘੰਟੇ 48 ਘੰਟੇ ਵੀ, ਤੇ ਗਲਾਈਕੋਜਨ ਤੋਂ ਸ਼ੂਗਰ ਬਣ ਰਹੀ ਹੁੰਦੀ ਆ। ਤੁਸੀਂ ਦੇਖੋ ਭਗਤ ਸਿੰਘ ਉਹਨਾਂ ਨੇ 60 63 ਦਿਨ ਫਾਸਟਿੰਗ ਕੀਤੀ ਸੀ, ਉਹ ਗਲਾਈਕੋਜਨ ਸਟੋਰ ਜਿਹੜੇ ਹੈਗੇ ਉਹਦੇ ਚੋਂ ਸ਼ੂਗਰ ਬਣ ਰਹੀ ਸੀ ਉਹਨਾਂ ਦੀ। ਸੋ ਜਿਹੜਾ ਫਿਰ ਹੈਗਾ ਫੈਟ ਹੈ ਉਹਨੂੰ ਬ੍ਰੇਕ ਡਾਊਨ ਕਰਕੇ ਉਹਨੂੰ ਸਟੋਰ ਕੀਤਾ ਜਾਂਦਾ, ਵੱਖ-ਵੱਖ ਏਰੀਆ 'ਚ ਭੇਜਿਆ ਜਾਂਦਾ। ਜਿਹੜਾ ਪ੍ਰੋਟੀਨ ਆ ਉਹ ਸਾਡਾ ਬਿਲਡਿੰਗ ਬਲਾਕ ਹੈਗਾ। ਜਿੱਦਾਂ ਇੱਟਾਂ ਦੀ ਇੱਕ ਕੋਈ ਬਿਲਡਿੰਗ ਉਸਾਰਨੀ ਹੋਵੇ ਤੇ ਇੱਕ ਇੱਕ ਇੱਟ ਕਰਕੇ ਫਿੱਟ ਕਰਨੀ ਪੈਂਦੀ ਆ, ਉਦਾਂ ਹੀ ਸਾਡੇ ਸਾਰਾ ਬਿਲਡਿੰਗ ਬਲਾਕ ਹੈਗਾ ਪ੍ਰੋਟੀਨ। ਤੇ ਪ੍ਰੋਟੀਨ ਦੇ ਨਾਲ ਸਾਡੇ ਟਰਾਂਸਮੀਟਰਸ, ਹਾਰਮੋਨਸ, ਨਿਊਰੋ ਟਰਾਂਸਮੀਟਰ, ਕਈ ਚੀਜ਼ਾਂ ਜਿਹੜੀਆਂ ਹੈਗੀਆਂ ਬਣਦੀਆਂ। ਔਰ ਪ੍ਰੋਟੀਨ ਹੀ ਸਾਡਾ ਇਮਿਊਨ ਸਿਸਟਮ ਦਾ ਐਂਟੀਬਾਡੀਜ਼ ਬਣਾਉਂਦਾ। ਹਰ ਇੱਕ ਚੀਜ਼ ਦੀ ਜਿਵੇਂ ਲੋੜ ਆ। ਜਿਹੜੇ ਕਾਰਬੋਹਾਈਡਰੇਟ ਜਿੱਤੋਂ ਸ਼ੂਗਰ ਬਣਦੀ ਆ ਉਹ ਇੱਕ ਕਿਸਮ ਦਾ ਪੈਟਰੋਲ ਹੈ ਜਿਹਨੇ ਊਰਜਾ ਦੇਣੀ ਆ। ਹੁਣ ਦੇਖੋ ਪੈਟਰੋਲ ਆ ਹੁਣ $1 ਤੋਂ ਥੋੜਾ ਉੱਤੇ ਹੋ ਗਿਆ, $1 ਤੋਂ ਥੱਲੇ ਵੀ ਆ ਗਿਆ ਸੀ ਜਦੋਂ ਆਪਾਂ ਬਿਲਕੁਲ ਲੋਕਡਾਊਨ 'ਚ ਸੀ। ਅੱਡੇ ਸਾਡੇ $1.25 ਦਾ ਹੈਗਾ ਕੈਨੇਡਾ 'ਚ ਪਰ ਲੀਟਰ। ਲੇਕਿਨ ਆਪਾਂ ਦੋ ਤੁਪਕੇ ਵੀ ਬਾਹਰ ਸੁੱਟ ਕੇ ਦੁਖੀ ਹੁੰਦੇ ਆ ਵੀ ਨਹੀਂ ਸੁੱਟਣਾ ਕਿਉਂਕਿ ਕੀਮਤੀ ਆ। ਸੋ ਸ਼ੂਗਰ ਵੀ ਜਿਹੜੀ ਹੈਗੀ ਆ ਬੋਡੀ ਲਈ ਬਹੁਤ ਕੀਮਤੀ ਆ, ਬੋਡੀ ਸੁੱਟਦੀ ਨਹੀਂ ਆ। ਜਿਹੜੀ ਬਣ ਗਈ ਸ਼ੂਗਰ ਬੋਡੀ ਦੇ ਵਿੱਚ ਆ ਗਈ ਐਕਸਟਰਾ, ਉਹਨੂੰ ਗਲਾਈਕੋਜਨ ਬਣਾ ਰਿਹਾ। ਜਿਹੜਾ ਐਕਸਟਰਾ ਸ਼ੂਗਰ ਆ ਫਿਰ ਉਹ ਢਿੱਡ ਦੇ ਲਾਗੇ ਉਹਨੂੰ ਚਰਬੀ ਬਣਾ ਕੇ ਬੋਡੀ ਸਟੋਰ ਕਰਦੀ ਆ। ਬੋਡੀ ਨੂੰ ਇਹ ਨਹੀਂ ਪਤਾ ਵੀ ਇਹਨੂੰ ਫਿਊਚਰ 'ਚ ਖਾਣਾ ਮਿਲੂਗਾ ਕਿ ਨਹੀਂ ਮਿਲੂਗਾ, ਕਿਉਂਕਿ ਪੁਰਾਣੇ ਟਾਈਮ 'ਚ ਫਸਲ ਹਰ ਸਾਲ ਨਹੀਂ ਹੁੰਦੀ ਸੀ। ਜਿਹੜਾ ਮੋਟਾ ਬੰਦਾ ਉਹ ਐਵਰੇਜ ਹੋ ਜਾਂਦਾ ਸੀ, ਐਵਰੇਜ ਪਤਲਾ, ਤੇ ਪਤਲਾ ਰੱਬ ਨੂੰ ਪਿਆਰਾ ਹੋ ਜਾਂਦਾ ਸੀ। ਲੇਕਿਨ ਉਹ ਸਮਾਂ ਜਿਹੜਾ ਹੈਗਾ ਲੰਘ ਗਿਆ। ਸੋ ਇਹ ਕੁਝ ਨਟਸੈਲ 'ਚ ਮੈਂ ਕਹਿ ਸਕਾਂ ਬਰੀਫ 'ਚ ਇਹ ਸਾਡੀ ਪਾਚਨ ਜਿਹੜੀ ਹੈਗੀ ਕਿਰਿਆ ਉਹ ਚੱਲਦੀ ਆ, ਔਰ ਇਹ ਆਟੋਮੈਟਿਕ ਚੱਲਦੀ ਆ। ਇਹਨੂੰ ਕੋਈ ਤੁਸੀਂ ਚਲਾ ਨਹੀਂ ਸਕਦੇ। ਇਹ ਪਰਮਾਤਮਾ ਦੀ ਜਿਹੜੀ ਵਿਧੀ ਵਿਧਾਨ ਫਿੱਟ ਕੀਤੀ, ਕੋਈ ਸਾਇੰਟਿਸਟ ਕ੍ਰੀਏਟ ਨਹੀਂ ਕਰ ਸਕਦਾ। ਜਦੋਂ ਕੋਈ ਕਈ ਵਾਰੀ ਟੈਨਸ਼ਨ ਹੋ ਜਾਂਦੀ ਆ, ਕੋਈ ਉਹਨੂੰ ਦਿਮਾਗ ਤੇ ਬੋਝ ਪੈ ਜਾਂਦਾ, ਉਦੋਂ ਕਈਆਂ ਦਾ ਢਿੱਡ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਉਹਨਾਂ ਨੂੰ ਲੱਗਦਾ ਮੈਨੂੰ ਟਾਇਲਟ ਜਾਣਾ ਚਾਹੀਦਾ, ਜਾਂ ਉਹਨਾਂ ਦੇ ਇੱਥੇ ਇੱਕ ਘਬਰਾਹਟ ਹੁੰਦੀ ਆ, ਐਸਿਡਿਟੀ ਹੋ ਜਾਂਦੀ ਹੈ। ਇਹਦਾ ਕੀ ਸੰਬੰਧ ਹੋਇਆ ਸਾਰੇ ਡਾਈਜੈਸਟਿਵ ਸਿਸਟਮ ਦਾ ਟੈਨਸ਼ਨ ਨਾਲ, ਸਟ੍ਰੈਸ ਨਾਲ, ਜਾਂ ਕੋਈ ਡਰ ਪੈਦਾ ਹੋ ਗਿਆ ਜਦੋਂ? ਦੋ ਤਿੰਨ ਗੱਲਾਂ ਦੇਖੋ। ਇੱਕ ਤਾਂ ਹੈਗਾ ਇਰੀਟੇਬਲ ਬਾਵਲ ਸਿੰਡਰੋਮ ਜਿਹਨੂੰ IBS ਕਹਿੰਦੇ ਆ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਹੁਣ ਪੈਰਿਸਟਾਲਸਿਸ ਚੱਲ ਰਹੀ ਆ ਉਹ ਸਾਰਿਆਂ ਦੀ ਨਰਵਸ ਹੈਗੀ ਆ, ਇੱਕ ਵਾਇਰਿੰਗ ਹੈਗੀ ਆ, ਉਹਦੇ ਗੈਂਗਲੀਅਨਸ ਹੈਗੇ ਆ। ਹੁਣ ਜਿਹੜਾ ਸਾਡਾ ਬ੍ਰੇਨ ਆ ਇਹਦੇ ਵਿੱਚ ਵੀ ਨਰਵ ਮਟੀਰੀਅਲ ਹੈਗਾ, ਨਿਊਰੋਨਸ ਹੈਗੇ ਆ ਬਕਾਇਦਾ। ਜੋ ਮੈਂ ਤੁਹਾਡੇ ਨਾਲ ਬੋਲ ਰਿਹਾ, ਮੈਂ ਤੁਹਾਡੇ ਨਾਲ ਐਕਸਪ੍ਰੈਸ ਕਰ ਰਿਹਾ, ਉਹ ਸਾਰਾ ਇਲੈਕਟ੍ਰਿਕ ਐਨਰਜੀ ਕਰਕੇ, ਲੇਕਿਨ ਉਹ ਇੰਨਾ ਰੈਪਿਡਲੀ ਫਾਸਟ ਚੱਲ ਰਿਹਾ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ। ਉਦਾਂ ਹੀ ਅਗਰ ਮੈਂ ਸਾਰੇ ਸਾਡੇ ਡਾਈਜੈਸਟਿਵ ਸਿਸਟਮ ਦੀਆਂ ਆਂਤੜੀਆਂ ਦੇ ਵਿੱਚੋਂ ਨਰਵਸ, ਗੈਂਗਲੀਅਨਸ, ਸੈਂਸਰ ਕੱਢ ਦਵਾਂ, ਹੈਰਾਨੀ ਵਾਲੀ ਗੱਲ ਹੈ ਇੱਕ ਕੁੱਤੇ ਦੇ ਬ੍ਰੇਨ ਜਿੰਨਾ ਮਟੀਰੀਅਲ ਨਿਕਲੂਗਾ। ਹੁਣ ਸਾਡਾ ਜਿਹੜਾ ਆਂਤੜੀ ਆ ਇਹਦਾ ਆਪ ਦਾ ਬ੍ਰੇਨ ਆ ਔਰ ਆ ਸਾਡਾ ਬ੍ਰੇਨ ਆ। ਇਹ ਦੋਵੇਂ ਅਗਰ ਸਹੀ ਅੰਦਾਜ਼ ਦੇ ਨਾਲ ਚੱਲਣ ਤੇ ਕੋਈ ਸਿੰਪਟਮ ਨਹੀਂ ਹੋਊਗਾ। ਜਦੋਂ ਆਪਾਂ ਨਹੀਂ ਕਹਿੰਦੇ ਮੇਰੀ ਗਟ ਫੀਲਿੰਗ ਆ, ਇੱਕ ਲਫ਼ਜ਼ ਅਸੀਂ ਇਸਤੇਮਾਲ ਕਰਦੇ ਆ ਵੀ ਮੇਰੀ ਗਟ ਫੀਲਿੰਗ ਯਾਰ ਇਹ ਚੀਜ਼ ਕਰਾਂ ਕਿ ਨਾ ਕਰਾਂ, ਔਰ ਤੁਹਾਡੀ ਗਟ ਫੀਲਿੰਗ ਹਮੇਸ਼ਾ ਰਾਈਟ ਹੁੰਦੀ ਹੈ। ਮੈਂ ਅਕਸਰ ਕੀ ਰੋਜ਼ ਬੱਚੇ ਦੇਖਦਾ ਜਿਨ੍ਹਾਂ ਨੂੰ ਇਰੀਟੇਬਲ ਬਾਵਲ ਸਿੰਡਰੋਮ ਹੈ। ਸਾਰੇ ਟੈਸਟ ਨਾਰਮਲ ਹੁੰਦੇ ਉਹਨਾਂ ਦੇ, ਲੇਕਿਨ ਉਹਨਾਂ ਨੂੰ ਪੇਟ ਵਿੱਚ ਦਰਦ ਹੁੰਦੀ। ਉਹਨਾਂ ਨੂੰ ਏਦਾਂ ਫੀਲ ਹੁੰਦਾ ਮਰੋੜ ਹੋ ਰਿਹਾ, ਏਦਾਂ ਫੀਲ ਹੋ ਰਿਹਾ ਵੀ ਢਿੱਡ ਦੁਖ ਰਿਹਾ। ਲੇਕਿਨ ਇਹ ਚਿੰਤਾ ਦਾ ਇੱਕ ਵਿਸ਼ਾ ਹੁੰਦਾ। ਇਹਦੇ ਵਿੱਚ ਬੜਾ ਸੌਖਾ ਇਹਨੂੰ ਡੀਲ ਕਰਨਾ ਹੋਵੇ ਵੀ ਅਗਰ ਆਪਾਂ ਡੀਪ ਬਰੀਦਿੰਗ ਦੇ ਨਾਲ ਜੋ ਵੀ ਤੁਹਾਡਾ ਗੁਰਮੰਤਰ ਹੈਗਾ, ਭਾਵੇਂ ਵਾਹਿਗੁਰੂ ਆ, ਗਾਇਤਰੀ ਮੰਤਰ ਆ, ਅੱਲਾਹੂ ਆ,
ਓਮ ਨਮੋ ਸ਼ਿਵਾਇਆ, ਜੋ ਵੀ ਆ, ਉਹ ਜਦੋਂ ਆਪਾਂ ਹੌਲੀ ਹੌਲੀ ਬਰੀਦਿੰਗ ਜਿਹੜੀ ਹੈਗੀ ਆਪਾਂ ਰੈਗੂਲਰ ਕਰਦੇ ਆ, ਤੇ ਜਿਹੜੀ ਸਾਡੀ ਆਂਤੜੀਆਂ ਦੇ ਵਿੱਚ ਟਾਈਟਨੈਸ ਹੈਗੀ ਆ, ਪੈਰਿਸਟਾਲਸਿਸ ਫਾਸਟ ਚੱਲ ਰਹੀਆਂ, ਉਹ ਵੀ ਸਲੋ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਹੁਤ ਹੱਦ ਤੱਕ ਕਈ ਲੋਕਾਂ ਨੂੰ ਇਹਦੇ ਨਾਲ ਹੀ ਫਰਕ ਪੈ ਜਾਂਦਾ। ਦੂਜਾ ਜਿਹੜਾ ਤੁਸੀਂ ਕਿਹਾ ਸੀ ਵੀ ਕਈਆਂ ਨੂੰ ਐਸਿਡ ਵੱਧਦਾ, ਵਾਕਈ ਇਹ ਸਹੀ ਗੱਲ ਹੈ। ਜਿੰਨਾ ਆਪਾਂ ਮਨ 'ਚ ਬੋਧ ਪਾਵਾਂਗੇ, ਉਨਾ ਹੀ ਜਿਹੜਾ ਮੈਦਾ ਜਿਹੜਾ ਹੈਗਾ ਉਹਦੇ ਜਿਹੜੀ ਵਾਇਰਿੰਗ ਆ ਉਹ ਜ਼ਿਆਦਾ ਫਾਸਟ ਐਕਟਿਵ ਚੱਲੂਗੀ ਤੇ ਐਸਿਡ ਸੈਕ੍ਰੀਸ਼ਨ ਵਧੂਗਾ। ਇਸ ਲਈ ਕਈਆਂ ਨੂੰ ਆਪਾਂ ਜਦੋਂ ਹਿਸਟਰੀ ਲੈਂਦੇ ਆ, ਪੁੱਛਦੇ ਆ ਭਲਿਆ ਲੋਕਾਂ ਵੀ ਕਿੱਦਾਂ, ਠੀਕ ਠਾਕ ਆ, ਕੋਈ ਤਣਾਅ ਤੇ ਨਹੀਂ ਆ। ਦੇਖੋ, ਅਗਰ ਆਪਾਂ ਤਣਾਅ ਦੂਰ ਕਰਾਂਗੇ, ਐਸਿਡ ਰੈਗੂਲਰ ਹੋਊਗਾ ਤਾਂ ਤੁਹਾਨੂੰ ਦਵਾਈ ਨਹੀਂ ਲੈਣੀ ਪਊਗੀ। ਅਗਰ ਉਹ ਸਾਰੀਆਂ ਚੀਜ਼ਾਂ ਨਹੀਂ ਠੀਕ ਹੁੰਦੀਆਂ, ਤੁਹਾਡੇ ਸਿੰਪਟਮਸ ਬਹੁਤ ਜ਼ਿਆਦਾ, ਐਚ ਪਾਇਲੋਰੀ ਟੈਸਟ ਅਗਰ ਤੁਹਾਡਾ ਨੈਗੇਟਿਵ ਹੈਗਾ, ਮੈਂ ਪਿਛਲੀ ਵਾਰ ਗੱਲ ਕੀਤੀ ਸੀ, ਜਿਹੜਾ ਬੈਕਟੀਰੀਆ ਜਿਹਦੇ ਕਰਕੇ ਜ਼ਖਮ ਹੁੰਦੇ ਆ ਮੈਦੇ 'ਚ ਔਰ ਐਸਿਡ ਬਣਦਾ, ਉਹ ਨੈਗੇਟਿਵ ਹੈ, ਫਿਰ ਥੋੜੇ ਟਾਈਮ ਵਾਸਤੇ ਐਸਿਡ ਵਾਲੀ ਦਵਾਈ ਦੇ ਸਕਦੇ ਹੋ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਲੇਕਿਨ ਜਿਹੜੀਆਂ ਨਾ ਐਸਿਡਿਕ ਜਿਹੜੀ ਅਲਕਲਾਈਨ ਫੂਡ ਆ, ਉਹ ਵੀ ਤੇ ਹੈਗਾ ਤੁਹਾਡੇ ਕੋਲ ਘਰ ਪਿਆ ਹੋਇਆ। ਦਹੀਂ ਅਲਕਲਾਈਨ ਆ, ਦੁੱਧ ਅਲਕਲਾਈਨ ਹੈਗਾ। ਸੋ ਅਗਰ ਆਪਾਂ ਇਹਦੇ ਨਾਲ ਫਰਕ ਪੈਂਦਾ, ਨਹੀਂ ਤੇ ਟਰਮਸ ਹੈਗੇ ਆ, ਰੋਲਿਡਸ ਹੈਗੇ ਓਵਰ ਦਾ ਕਾਊਂਟਰ, ਕਈਆਂ ਨੂੰ ਉਹਦੇ ਨਾਲ ਫਰਕ ਪੈ ਜਾਂਦਾ, ਕਈਆਂ ਨੂੰ ਪ੍ਰਿਸਕ੍ਰਿਪਸ਼ਨ ਦਵਾਈ ਦੇਣੀ ਪੈਂਦੀ ਹੈ। ਲੇਕਿਨ ਮੈਂ ਇਹੀ ਕਹੂੰਗਾ ਵੀ ਅਗਰ ਆਪਾਂ ਦੁਆ ਕਰੀਏ ਤੇ ਦਵਾਈ ਦੀ ਲੋੜ ਨਹੀਂ ਪਊਗੀ, ਅਗਰ ਆਪਾਂ ਮੈਡੀਟੇਸ਼ਨ ਕਰੀਏ ਤੇ ਮੈਡੀਕੇਸ਼ਨ ਦੀ ਲੋੜ ਨਹੀਂ ਪਊਗੀ। ਸੋ ਬੇਸਿਕਲੀ ਇਹੀ ਆ, ਬਾਡੀ ਔਰ ਮਾਈਂਡ ਦਾ ਜਿਹੜਾ ਕਨੈਕਸ਼ਨ ਹੈਗਾ, ਸਾਡੇ ਆਂਤੜੀ ਦਾ ਔਰ ਬ੍ਰੇਨ ਦਾ ਵੀ ਕਨੈਕਸ਼ਨ ਹੈ। ਹੁਣ ਸਮਝ ਲੱਗੀ ਆ ਕਿ ਸਾਡਾ ਇੱਕ ਮੂੰਹ ਆ, ਮੂੰਹ ਤੋਂ ਬਾਅਦ ਇੱਥੇ ਰੋਟੀ ਚਲੇ ਜਾਂਦੀ, ਇੱਥੇ ਕਿਤੇ ਮਿੱਧ ਆ, ਮਿੱਧੇ ਤੋਂ ਬਾਅਦ ਇੱਕ ਜਿਹੜੀ ਛੋਟੀ ਅੰਤੜੀ ਤੇ ਫਿਰ ਵੱਡੀ ਅੰਤੜੀ ਇੱਥੇ ਪੇਟ ਦੇ ਵਿੱਚ ਘੁੰਮਦੀ ਆ, ਤੇ ਫਿਰ ਜਿਹੜੀ ਐਕਸਕ੍ਰੀਸ਼ਨ ਆ ਵਾਧੂ ਜੋ ਵੇਸਟ ਆ ਉਹ ਬਾਹਰ ਚਲਿਆ ਜਾਂਦਾ। ਇਹ ਹੁਣ ਖੂਨ ਕਿੱਥੇ ਬਣਿਆ, ਬਲੱਡ ਸਾਡੀ ਬਾਡੀ ਦੇ ਵਿੱਚ ਕਿੱਥੋਂ ਆਇਆ? ਅਸੀਂ ਕਹਿੰਦੇ ਵੀ ਫਲਾਣੀ ਚੀਜ਼ ਖਾਓ, ਉਹਦਾ ਬਲੱਡ ਵੱਧ ਗਿਆ, ਜਾਂ ਉਹਦੀ ਬਾਡੀ ਦੇ ਵਿੱਚ ਤਾਕਤ ਆਈ। ਇਹ ਖਾਣਾ ਮਤਲਬ ਸਾਡੇ ਅੰਦਰ ਬਾਕੀ ਸਰੀਰ ਦੇ ਵਿੱਚ, ਬਾਹਾਂ 'ਚ, ਹੱਥਾਂ 'ਚ, ਇਹ ਉੱਥੇ ਤੱਕ ਕਿੱਦਾਂ ਪਹੁੰਚਿਆ ਜੀ? ਇਹ ਤਾਂ ਇੱਥੋਂ ਜਿਹੜਾ ਤੁਸੀਂ ਦੱਸਿਆ ਮਿੱਧਾ ਤੇ ਅੰਤੜੀਆਂ ਦੇ ਵਿੱਚ ਹੋ ਕੇ ਬਾਹਰ ਚਲਿਆ ਗਿਆ ਜੀ। ਖੂਨ ਕਿੱਦਾਂ ਬਣਿਆ ਫਿਰ ਇਹਦਾ? ਜੀ ਦੇਖੋ, ਇੱਕ ਸਾਡੀ ਕਹਾਵਤ ਹੈਗੀ ਆ ਵੀ ਤੁਸੀਂ ਖਾਣਾ ਵਧੀਆ ਖਾਓ, ਖੂਨ ਜ਼ਿਆਦਾ ਬਣੂਗਾ। ਦੋ ਤਿੰਨ ਗੱਲਾਂ ਆ, ਥੋੜੀ ਬਹੁਤ ਸੱਚਾਈ ਵੀ ਹੈਗੀ ਆ। ਅਗਰ ਖਾਣੇ ਦੇ ਵਿੱਚ ਵਿਟਾਮਿਨ ਆ, ਮਿਨਰਲ ਆ, ਆਇਰਨ ਆ, ਕਿਉਂਕਿ ਖੂਨ ਬਣਾਉਣ ਵਾਸਤੇ ਆਇਰਨ ਦੀ ਸਭ ਤੋਂ ਜ਼ਿਆਦਾ ਲੋਹੇ ਦੀ ਲੋੜ ਪੈਂਦੀ ਆ। ਦੇਖੋ, ਜਿਹੜਾ ਆਰਗਨ ਜਿਹਦੇ ਸਾਡਾ ਲਹੂ ਬਣਦਾ, ਉਹ ਹੈਗੀ ਸਾਡੀ ਹੱਡੀਆਂ। ਹਰ ਇੱਕ ਹੱਡੀ ਦੇ ਵਿੱਚ ਨਾ ਇੱਕ ਜੈਲੀ ਟਾਈਪ ਮਟੀਰੀਅਲ, ਜਿਹਨੂੰ ਅੰਗਰੇਜ਼ੀ ਆਪਾਂ ਕਹਿੰਦੇ ਆ ਬੋਨ ਮੈਰੋ। ਤੁਸੀਂ ਨਾਮ ਸੁਣਿਆ ਹੋਣਾ ਵੀ ਕਈਆਂ ਨੂੰ ਬੋਨ ਮੈਰੋ ਚਾਹੀਦਾ, ਜਦੋਂ ਕੈਂਸਰ ਹੋ ਜਾਏ ਤੇ ਬੋਨ ਮੈਰੋ ਟ੍ਰਾਂਸਪਲਾਂਟ ਵੀ ਕਈ ਵਿਅਕਤੀਆਂ ਦੇ ਕਰੀਦੇ ਆ, ਜਾਂ ਕੋਈ ਹੋਰ ਰੇਅਰ ਰੋਗ ਆ, ਉਹਦਾ ਇਲਾਜ ਵੀ ਹੈਗਾ ਬੋਨ ਮੈਰੋ ਟ੍ਰਾਂਸਪਲਾਂਟ ਦਾ। ਤੇ ਇਹ ਮਿੱਝ ਵੀ ਕਹਿੰਦੇ ਆ, ਹੋਰ ਮੈਨੂੰ ਪੰਜਾਬੀ ਲਫ਼ਜ਼ ਨਹੀਂ ਆਉਂਦਾ ਇਹਦਾ, ਕਈ ਇਹਨੂੰ ਮਿੱਝ ਕਹਿੰਦੇ ਆ, ਕਈ ਇਹਨੂੰ ਜੈਲੀ ਕਹਿੰਦੇ ਆ। ਲੇਕਿਨ ਸਾਡੀ ਹੱਡੀ 'ਚ ਨਾ ਸੌਫਟ ਏਰੀਆ, ਔਰ ਉਹਦੇ ਵਿੱਚੋਂ ਸਾਰੇ ਖੂਨ ਦੇ ਸੈੱਲ ਬਣਦੇ ਆ, ਰੈੱਡ ਸੈੱਲ, ਵਾਈਟ ਸੈੱਲ, ਕਲੌਟਿੰਗ ਸੈੱਲ। ਕਲੌਟਿੰਗ ਫੈਕਟਰ ਉੱਥੋਂ ਥੋੜੇ ਬਣਦੇ ਆ, ਥੋੜੇ ਲਿਵਰ ਤੋਂ ਬਣਦੇ, ਜਿਹਦੇ ਨਾਲ ਬਲੱਡ ਕਲੌਟ ਹੁੰਦਾ। 13 ਕਲੌਟਿੰਗ ਫੈਕਟਰ ਹੁੰਦੇ ਜਿਹਦੇ ਨਾਲ ਸਾਡੀ ਕਲੌਟਿੰਗ ਬਣਦੀ। ਅਗਰ ਸਾਨੂੰ ਸੱਟ ਲੱਗ ਜਾਏ ਤੇ ਲਹੂ ਵਗਣੋਂ ਕਿੱਦਾਂ ਹਟੂਗਾ? ਹੁਣ ਖੂਨ ਦਾਨ ਕਰਨ ਦਾ ਦੇਖੋ, ਜਿਹੜੇ ਸਾਡੇ ਬਹੁਤ ਵੱਡੀ ਮੁਹਿੰਮ ਇੱਥੇ 84 ਤੋਂ ਬਾਅਦ ਸ਼ੁਰੂ ਹੋਈ ਸਿੱਖ ਨੇਸ਼ਨ ਦੀ, ਜਿਹੜੇ ਨਾਲ ਰਿਕਾਰਡ ਤੋੜ ਦਿੱਤਾ ਪੂਰੇ ਕੈਨੇਡਾ ਦੇ ਵਿੱਚ, ਇੰਨੀਆਂ ਜਾਨਾਂ ਬਚਾਈਆਂ, ਇੰਨੇ ਹਜ਼ਾਰ ਉਹਨਾਂ ਨੇ ਖੂਨਦਾਨ ਕੀਤੇ। ਉਹਦਾ ਫਾਇਦਾ ਦੇਖੋ, ਕਿਉਂਕਿ ਜਿਹੜੀ ਨਾ ਰੈੱਡ ਸੈੱਲ ਦੀ ਬੁਨਿਆਦ ਹੈਗੀ ਆ, ਉਹ ਮੈਕਸਿਮਮ ਟੂ ਮੈਕਸਿਮਮ ਹੈਗੀ 90 ਦਿਨ ਦੀ। ਅਗਰ 90 ਦਿਨ ਦੇ ਵਿੱਚ ਤੁਸੀਂ ਉਹ ਬਾਹਰ ਨਾ ਡੋਨੇਟ ਕਰ ਦੋ ਤਾਂ ਉਹਨੇ ਡਿਸਟਰੋਏ ਹੋ ਕੇ ਨਵੇਂ ਰੈੱਡ ਸੈੱਲ ਬਣਨੇ। ਜੋ ਅਗਰ ਆਪਾਂ ਕਿਸੇ ਨੂੰ ਆਪਣਾ ਖੂਨ ਦਾ ਦਾਨ ਦਿੰਦੇ ਆ ਤੇ ਸਾਡੀ ਜਿਹੜੀ ਬੋਨ ਮੈਰੋ ਆ ਉਹ ਐਕਟਿਵ ਰਹਿੰਦੀ ਆ, ਉਹ ਲਾਲ ਰਹਿੰਦੀ ਆ। ਅਗਰ ਆਪਾਂ ਦਾਨ ਨਹੀਂ ਦਿੰਦੇ ਤੇ ਬੋਨ ਮੈਰੋ ਮਾੜਾ ਹੀ ਕੰਮ ਕਰਦੀ ਵੀ ਇੰਨੀ ਕੁ ਲੋੜ ਹੈ, ਚੱਲ ਇੰਨਾ ਕੁ ਬਣਾਈਆ, ਉਹ ਹੌਲੀ ਹੌਲੀ ਯੈਲੋ ਹੋਣੀ ਸ਼ੁਰੂ ਹੋ ਜਾਂਦੀ ਆ। ਔਰ ਬਾਈ ਚਾਂਸ ਉਹ ਵਿਅਕਤੀ ਦਾ ਐਕਸੀਡੈਂਟ ਹੋ ਜਾਏ, ਉਹਨੂੰ ਖੂਨ ਦੀ ਲੋੜ ਪਏ, ਤਾਂ ਫਿਰ ਉਹਦੀ ਆਪ ਦੀ ਬੋਨ ਮੈਰੋ ਇੰਨੀ ਲਾਲ ਨਹੀਂ ਹੁੰਦੀ, ਇੰਨੀ ਜ਼ਿਆਦਾ ਪ੍ਰੋਡਿਊਸ ਨਹੀਂ ਕਰਦੀ। ਇਸ ਲਈ ਖੂਨਦਾਨ ਕਰਨਾ ਬੜਾ ਉੱਤਮ ਕਰਮ ਆ, ਕਿਉਂਕਿ ਇੱਕ ਖੂਨ ਜਦੋਂ ਤੁਸੀਂ ਬੋਤਲ ਦਿੱਤੀ, ਉਹਦੇ ਨਾਲ 6 ਵਿਅਕਤੀਆਂ ਦੀ ਜਾਨ ਬਚ ਸਕਦੀ ਆ। ਵੱਖ-ਵੱਖ ਉਹਦੇ ਹਿੱਸੇ ਹੁੰਦੇ ਖੂਨ ਦੇ, ਕਿਸੇ ਦਿਨ ਆਪਾਂ ਖੂਨ ਦੇ ਉੱਤੇ ਪ੍ਰੋਗਰਾਮ ਕਰਾਂਗੇ। ਦੂਜੀ ਗੱਲ ਬਿਲਕੁਲ ਸਹੀ ਆ ਵੀ ਜਿਹੜੇ ਤੁਹਾਡੇ ਖਾਣਾ ਆ ਉਹਦੇ ਵਿੱਚੋਂ ਤੇ ਸਾਰੇ ਮਟੀਰੀਅਲ ਮਿਲਣਾ। ਹੁਣ ਬਹੁਤ ਬੱਚੇ ਆ, ਐਵਰੀਡੇ ਮੈਂ ਦੇਖਦਾ, ਮੈਂ ਹੁਣ ਪਹਿਲਾਂ ਅਮਰੀਕਾ ਦੇ ਸਟੈਟਿਸਟਿਕਸ ਦੱਸਦਾ, 23% ਅਮਰੀਕਨ ਬੱਚੇ ਆ ਜਿਨ੍ਹਾਂ ਦੇ ਵਿੱਚ ਲਹੂ ਘੱਟ ਆ, ਆਇਰਨ ਘੱਟ ਆ। ਮੇਰੇ ਕੋਲ ਡਾਕੂਮੈਂਟ ਨਹੀਂ ਹੈਗਾ ਕੋਈ ਰਿਸਰਚ ਦਾ, ਲੇਕਿਨ ਮੈਂ ਕਹੂੰਗਾ ਸਰੀ ਦੇ ਵਿੱਚ 15 ਤੋਂ 20%
ਸਾਡੇ ਪੰਜਾਬੀ ਬੱਚੇ ਆ ਜਿਨ੍ਹਾਂ ਦਾ ਹੀਮੋਗਲੋਬਿਨ ਤੇ ਆਇਰਨ ਘੱਟ ਹੈ, ਉਹ ਸਿਰਫ ਖਾਣੇ ਦੇ ਨਾਲ ਤਾਲੁਕਾਤ ਹੈ। ਸੋ ਇਸ ਲਈ ਖਾਣਾ ਸਹੀ ਚਾਹੀਦਾ। ਅਗਰ ਖਾਣਾ ਸਹੀ ਨਹੀਂ ਹੋਗਾ ਜਿਹਦੇ ਵਿੱਚ ਆਇਰਨ, ਦੇਖੋ ਫਿਰ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ, ਸਾਡਾ ਜਿਹੜਾ ਐਡਿਕਸ਼ਨ ਹੈਗਾ ਮਿਲਕ ਪ੍ਰੋਡਕਟਸ ਦੇ ਨਾਲ। ਦੁੱਧ ਮਿਲਦਾ ਗਾਂ ਤੋਂ, ਗਾਂ ਦੀ ਹੱਡੀਆਂ ਸਾਡੇ ਤੋਂ ਵੱਡੀਆਂ। ਗਾਂ ਕਦੀ ਦੁੱਧ ਪੀ ਕੇ ਦੁੱਧ ਨਹੀਂ ਦਿੰਦੀ, ਉਹ ਚਾਰਾ ਖਾਂਦੀ ਹੈ ਹਰੇ ਰੰਗ ਦਾ। ਤੁਹਾਨੂੰ ਹਰੀ ਚੀਜ਼ ਰੋਜ਼ ਖਾਣੀ ਚਾਹੀਦੀ ਹੈ ਜਿਹਦੇ ਵਿੱਚ ਆਇਰਨ ਆ। ਲੇਕਿਨ ਜਦੋਂ ਤੁਸੀਂ ਦੁੱਧ ਬਹੁਤ ਜ਼ਿਆਦਾ ਲੈਂਦੇ ਆ ਆਇਰਨ ਵਾਲੀ ਚੀਜ਼ ਦੇ ਨਾਲ, ਆਇਰਨ ਦੁੱਧ 'ਚ ਫਸ ਜਾਂਦਾ, ਦਹੀਂ 'ਚ ਫਸ ਜਾਂਦਾ, ਤੁਹਾਡੀ ਅੰਤੜੀਆਂ ਦੇ ਨਾਲ ਅੰਦਰ ਨਹੀਂ ਜਾਂਦਾ, ਉਹ ਐਕਸਕ੍ਰੀਸ਼ਨ 'ਚ ਚਲਾ ਜਾਂਦਾ। ਇਸ ਲਈ ਜਿਹੜੀ ਤੁਸੀਂ ਕੈਨੇਡਾ ਫੂਡ ਗਾਈਡ ਦੇਖੋਗੇ, ਉਹਦੇ 'ਚ ਉਹਨਾਂ ਨੇ ਰਾਈਟ ਅੱਪਰ ਲਿਖਿਆ ਮੇਕ ਵਾਟਰ ਯੋਰ ਡਰਿੰਕ ਆਫ ਚੋਇਸ। ਅੱਧੀ ਪਲੇਟ ਉਹਨਾਂ ਨੇ 7 ਰੰਗ ਕਰ ਦਿੱਤੇ ਫਰੂਟ ਔਰ ਸਬਜ਼ੀਆਂ, 1/4 ਉਹਨਾਂ ਨੇ ਹੋਲ ਗ੍ਰੇਨ ਕੀਤੇ, ਮੈਦਾ ਕੱਢ ਦਿੱਤਾ, 1/4 ਉਹਨਾਂ ਨੇ ਪ੍ਰੋਟੀਨ ਕਿਹਾ, ਔਰ ਫਿਰ ਉਹਨਾਂ ਨੇ ਕਿਹਾ ਬੀਨਸ ਆਰ ਬੈਟਰ ਦੈਨ ਬੀਫ, ਵੀ ਮੀਟ ਨਾਲੋਂ ਵੈਜੀਟੇਬਲ ਪ੍ਰੋਟੀਨ ਠੀਕ ਆ। ਸੋ ਇਹ ਹੈਗੀ ਸਾਡੀ ਬੈਲੈਂਸ ਡਾਈਟ, ਔਰ ਇਹ ਖੁਰਾਕ ਖਾਂਦੇ ਰਵਾਂਗੇ, ਖੂਨ ਵੀ ਵਧੀਆ ਬਣਦਾ ਰਹੂਗਾ, ਆਇਰਨ ਦੀ ਘਾਟ ਨਹੀਂ ਹੋਊਗੀ, ਔਰ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ। ਹੁੰਦਾ ਕਿ ਜਿਹੜਾ ਐਸਿਡਿਟੀ ਆ ਇਹਨੂੰ ਕਿਸੇ ਚੀਜ਼ ਦੇ ਨਾਲ ਘਟਾਇਆ ਜਾ ਸਕਦਾ? ਮਤਲਬ ਜਿੱਦਾਂ ਤੁਸੀਂ ਦੱਸਿਆ ਵੀ ਦੋ ਚੀਜ਼ਾਂ ਕਹਿੰਦੇ ਹੁੰਦੀਆਂ, ਇੱਕ ਐਸਿਡਿਕ ਆ, ਇੱਕ ਬੇਸਿਕ ਆ, ਵੀ ਇਹ ਆਪਣੇ ਆਪ ਹੀ ਕਿਸੇ ਚੀਜ਼ ਖਾਣ ਦੇ ਨਾਲ ਘਟ ਜਵੇ, ਨਿੰਬੂ ਦੱਸਦੇ ਆ ਜਾਂ ਹੋਰ ਇਹ ਚੀਜ਼ਾਂ ਦੱਸਦੇ, ਕੋਈ ਫਰਕ ਪੈਂਦਾ? ਤੇ ਦੂਜੀ ਗੱਲ ਇਹਦੇ ਨਾਲ ਲੱਗਦੀ ਦੱਸਿਓ, ਕਹਿੰਦੇ ਜਿਹੜਾ ਐਸਿਡ ਆ ਕਈ ਵਾਰੀ ਮਿਹਦੇ ਨੂੰ ਖਾਣ ਲੱਗ ਜਾਂਦਾ ਤੇ ਜ਼ਖਮ ਹੋ ਜਾਂਦੇ, ਫਿਰ ਮੂੰਹ ਚੋਂ ਖੂਨ ਆਉਂਦਾ, ਇਹ ਗੱਲ ਸੱਚੀ ਹੈ ਜੀ? ਦੇਖੋ ਉਹ ਬਹੁਤ ਰੇਅਰ ਕੇਸਿਸ ਆ ਕੈਨੇਡਾ 'ਚ, ਤੇ ਮੈਂ ਕਹੂੰਗਾ ਵੀ ਪ੍ਰੈਕਟੀਕਲੀ ਜ਼ੀਰੋ ਹੀ ਕਹੂੰਗਾ। ਜਿਹੜਾ ਮੈਦਾ ਹੈਗਾ ਨਾ, ਉਹਦੀ ਇਨਰ ਲਾਈਨਿੰਗ ਬੜੀ ਸਟਰੋਂਗ ਜੋ, ਕਿਉਂਕਿ ਉਹਦਾ ਕੰਮ ਹੀ ਮੈਂ ਐਸਿਡ ਬਣਾਉਣਾ। ਸੋ ਮੈਦਾ ਬਹੁਤਾਤਰ ਆਪਣੇ ਆਪ ਨੂੰ ਪ੍ਰੋਟੈਕਟ ਰੱਖੀ ਜਾਂਦਾ, ਭਾਵੇਂ ਐਸਿਡ ਜ਼ਿਆਦਾ ਬਣਾਉਂਦਾ ਜਾਏ। ਕਈ ਵਾਰ ਜਦੋਂ ਇਨਫੈਕਸ਼ਨ ਹੋਏ ਐਚ ਪਾਇਲੋਰੀ ਦਾ, ਬੈਕਟੀਰੀਆ ਦਾ, ਥੋੜਾ ਜ਼ਖਮ ਬਣਦਾ ਉੱਥੇ। ਲੇਕਿਨ ਫਿਰ ਦੇਖੋ ਮਹਾਰਾਜ ਨੇ ਕਿਹਾ ਵੀ ਲੱਗ ਜਾ ਕੇ ਮਿਊਕਸ ਆ ਕੇ ਫਿਰ ਜ਼ਖਮ ਦੇ ਉੱਤੇ ਆ ਕੇ ਬਹਿਣਾ ਸ਼ੁਰੂ ਕਰ ਦਿੰਦਾ ਵੀ ਚੱਲ ਇਹਨੂੰ ਤਕਲੀਫ ਨਾ ਹੋਏ। ਲੇਕਿਨ ਉਹ ਬਹੁਤ ਲੰਬੇ ਅਰਸੇ ਤੱਕ ਵਧੇ ਤਾਂ WHO ਨੇ ਵੀ ਕਿਹਾ ਵੀ ਜਿਹੜਾ ਐਚ ਪਾਇਲੋਰੀ ਆ ਉਹ ਸਟਮਕ ਕੈਂਸਰ ਦਾ ਪ੍ਰੀਕਰਸਰ ਹੈ। ਵੀ ਤੁਹਾਨੂੰ 20-25 ਸਾਲ ਅਗਰ ਐਚ ਪਾਇਲੋਰੀ ਰਹਿੰਦਾ, ਤੁਹਾਨੂੰ ਪਤਾ ਹੀ ਨਹੀਂ, ਬਹੁਤ ਨਹੀਂ ਆ, ਫਿਰ ਜ਼ਖਮ ਵਧੂਗਾ, ਉੱਥੇ ਹੋਰ ਛੇੜਛਾੜੀ ਹੋਊਗੀ, ਕੈਂਸਰ ਨੂੰ ਜਨਮ ਦੇਊਗਾ। ਫਿਰ ਜਿਹੜੀ ਤੁਸੀਂ ਲਾਸਟ ਵਾਲੀ ਗੱਲ ਕੀਤੀ, ਮੇ ਵੀ ਉਹ ਹੋਵੇ। ਹੁਣ ਨਿੰਬੂ ਜਿਹੜਾ ਹੈਗਾ ਉਹ ਟੋਟਲੀ ਐਸਿਡਿਕ ਆ, ਉਹਦੇ 'ਚ ਐਸਕੋਰਬਿਕ ਐਸਿਡ ਆ। ਜਿੱਦਾਂ ਨਿੰਬੂ ਆ, ਲਾਈਮ ਆ, ਲੈਮਨ ਆ, ਸੰਤਰਾ, ਮਸੰਬੀ ਆ, ਪਾਈਨਐਪਲ ਆ, ਅੰਬ ਆ, ਇਹ ਸਾਰੇ ਐਸਿਡਿਕ ਆ। ਜਿਹੜਾ ਬੇਸਿਕ ਹੈਗਾ ਉਹ ਮੋਸਟਲੀ ਮਿਲਕ ਪ੍ਰੋਡਕਟ ਹੈਗਾ। ਤੁਸੀਂ ਦੇਖੋ ਗੋਰੇ, ਜਦੋਂ ਆਪਾਂ, ਮੇਰੇ ਬਹੁਤ ਫਰੈਂਡ ਹੈਗੇ ਆ, ਜਦੋਂ ਮੈਂ ਉਹਨਾਂ ਨੂੰ ਆਪਣੇ ਰੈਸਟੋਰੈਂਟ 'ਚ ਲੈ ਕੇ ਜਾਂਦਾ, ਭਾਵੇਂ ਮੈਂ ਉਹਨਾਂ ਨੂੰ ਕਰਨਾ ਵੀ ਮਾਈਲਡ ਮਿਰਚਾਂ ਪਾਇਓ, ਮੈਂ ਮੀਡੀਅਮ ਟੂ ਹੌਟ ਖਾ ਲੈਂਦਾ ਹਨਾ, ਵੀ ਮਾਈਲਡ ਪਾਇਓ, ਤਾਂ ਵੀ ਉਹਨਾਂ ਦੇ ਚਿਹਰੇ ਲਾਲ ਹੋਏ ਹੁੰਦੇ, ਪਸੀਨਾ ਹੋਇਆ ਹੁੰਦਾ। ਫਿਰ ਉਹਨਾਂ ਨੂੰ ਥੋੜਾ ਜਿਹਾ ਦਹੀਂ ਦੇਈਦਾ ਤੇ ਸਕੂਨ ਹੁੰਦਾ ਉਹਨਾਂ ਨੂੰ, ਕਿਉਂਕਿ ਉਸ ਵੇਲੇ ਜਿਹੜੀਆਂ ਉਹਦੀਆਂ ਕੜਤਨਾ ਸੀ, ਦਹੀਂ ਨੇ ਹੌਲੀ ਹੌਲੀ ਠੀਕ ਕੀਤੀਆਂ। ਸੋ ਜਿਹੜਾ ਮਿਲਕ ਪ੍ਰੋਡਕਟ ਆ ਇਹ ਐਲਕਲਾਈਨ ਹੈਗੇ ਆ। ਮਿਲਕ ਆਫ ਮੈਗਨੀਸ਼ੀਆ ਜਿਹੜਾ ਸਟੋਰਾਂ ਤੋਂ ਮਿਲਦੀ ਆ, ਜਿਹਨੂੰ ਮੋਮ ਕਹਿੰਦੇ ਆ, ਉਹ ਵੀ ਐਲਕਲਾਈਨ ਹੈਗਾ। ਟਮਸ ਆ, ਰੋਲੇਟਸ ਆ, ਕੈਲਸ਼ੀਅਮ ਕਾਰਬੋਨੇਟ, ਇਹ ਸਾਰਾ ਬੇਸਿਕ ਹੈਗਾ ਜਿਹੜਾ ਐਸਿਡ ਨੂੰ ਘਟਾਉਂਦਾ। ਲੇਕਿਨ ਅਗਰ ਸਮਝੋ ਕਿਸੇ ਨੂੰ ਪ੍ਰੋਬਲਮ ਹੈਗੀ ਆ, ਹੁਣ ਸਮਝੋ ਅਸੀਂ ਜਿਹੜਾ ਖਾਣਾ 3 ਵਾਰੀ, ਬ੍ਰੇਕਫਾਸਟ, ਲੰਚ, ਡਿਨਰ, ਉਹ 3 ਦੀ ਜਗ੍ਹਾ ਤੁਸੀਂ 5 ਮੀਲ ਉਹਦੇ ਕਰ ਲਓ, ਉਨਾ ਹੀ ਅਮਾਊਂਟ, ਤਾਂ ਕਿ ਮੈਦੇ ਦੇ ਉੱਤੇ ਲੋਡ ਘੱਟ ਪਵੇ ਜੀ, ਮੈਦੇ ਨੂੰ ਕੰਮ ਘੱਟ ਕਰਨਾ ਪਏ, ਮੈਦੇ 'ਚ ਸਲਾਈਡ ਛੇਤੀ ਹੋ ਜਾਏ। ਦੂਜਾ ਜਿਹੜਾ ਹੈਗਾ ਵੀ ਐਚ ਪਾਇਲੋਰੀ ਦਾ ਪਲੀਜ਼ ਟੈਸਟ ਕਰਾਓ, ਬ੍ਰੈਥ ਟੈਸਟ ਦੇ ਨਾਲ ਹੀ ਪਤਾ ਲੱਗ ਜਾਂਦਾ, ਬੜਾ ਸੌਖਾ। ਉਹਨੂੰ ਕਹਿੰਦੇ ਯੂਰੀਆ ਟੈਸਟ, ਫੂਕ ਮਾਰੀਏ ਪਤਾ ਲੱਗ ਜਾਂਦਾ, ਰਿਪੋਰਟ ਆਉਂਦੀ ਆ। ਅਗਰ ਉਹ ਪੋਜ਼ਿਟਿਵ ਆ ਫਿਰ ਉਹਦੀ ਇਲਾਜ ਕਰਨਾ ਪੈਣਾ, ਜੋ ਤੁਹਾਨੂੰ ਐਂਟੀਬਾਇਓਟਿਕ ਲੈਣੀ ਪੈਣੀ, ਅਮੋਕਸਿਲ, ਬਾਇਓਕਸਿਨ ਤੇ ਐਸਿਡ ਵਾਲੀ ਦਵਾਈ, ਉਹਨੂੰ ਕਹਿੰਦੇ HP ਪੈਕ। ਫਿਰ ਤੁਹਾਡਾ 100% ਅੰਦਰੋਂ ਕੰਮ ਠੀਕ। ਅਗਰ ਉਹ ਨੈਗੇਟਿਵ ਹੈਗਾ, ਫਿਰ ਤੁਹਾਨੂੰ ਕਈ ਹੋਰ ਫੈਕਟਰਸ ਦੇਖਣੇ ਪੈਣੇ ਆ। ਸਟ੍ਰੈਸ ਹੈ ਇਹਦੇ ਉੱਤੇ, ਇਹ ਕੀ ਚੀਜ਼ਾਂ ਖਾ ਰਿਹਾ, ਉਹਦੇ ਵਿੱਚ ਫਿਰ ਤੁਸੀਂ 811 ਡਾਈਟੀਸ਼ੀਅਨ ਹੈ, ਉਹਨੂੰ ਵੀ ਕਾਲ ਕਰ ਸਕਦੇ 8 ਵਜੇ ਤੋਂ ਲੈ ਕੇ 5 ਵਜੇ ਤੱਕ। ਵੀਕਡੇਜ਼ 'ਚ ਡਾਈਟੀਸ਼ੀਅਨ ਤੁਹਾਨੂੰ ਪੰਜਾਬੀ 'ਚ ਵੀ ਸਲਾਹ ਦੇ ਸਕਦੀ ਆ। ਸੋ ਇਹ ਸਾਰੀਆਂ ਚੀਜ਼ਾਂ ਗਵਰਨਮੈਂਟ ਆਫ ਕੈਨੇਡਾ, ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਤੁਹਾਡੀ ਮੁਹੱਈਆ ਕਰਦਾ। ਲੇਕਿਨ ਇਹ ਜ਼ਿੰਮੇਵਾਰੀ ਤੁਹਾਡੀ ਆ, ਕਿਉਂਕਿ ਆਪਣ ਹੱਥੀ ਆਪਣਾ ਆਪੇ ਹੀ ਕਾਸ ਵਾਰੀਏ। ਦੇਖੋ ਖਾਣਾ ਜਿਹੜਾ ਹੈਗਾ, ਜੋ ਵੀ ਤੁਹਾਡੇ ਘਰ ਬਣਦਾ, ਪੱਕਦਾ, ਰਿੱਝਦਾ, ਸਾਰੇ ਦੇ ਘਰ ਦੇ ਵਿੱਚ ਅਲੱਗ-ਅਲੱਗ ਹੈਗਾ। 10,000 ਕਿਸਮ ਦੇ ਖਾਣੇ, ਔਰ ਸਾਰੇ ਸਹੀ ਹੈ, ਗਲਤ ਕੋਈ ਨਹੀਂ ਜੋ। ਔਰ ਇਹ ਟ੍ਰੈਡੀਸ਼ਨਸ ਤਾਂ ਹੀ ਬਣਦੇ ਆ, ਉਹੀ ਟ੍ਰੈਡੀਸ਼ਨਸ ਰਹਿੰਦੇ ਆ ਜਿਹੜੇ ਹੈਲਦੀ ਆ। ਗਲਤ ਟ੍ਰੈਡੀਸ਼ਨ ਜਿਹੜੇ ਆ ਉਹ ਬਾਹਰ ਨਿਕਲ ਜਾਂਦੇ ਆ। ਸੋ ਇਸ ਲਈ ਜਿਹੜਾ ਤੁਹਾਡਾ ਘਰ ਦਾ ਖਾਣਾ ਉਹ ਠੀਕ ਆ, ਮਾੜਾ ਨਹੀਂ ਜੋ। ਲੇਕਿਨ ਅਗਰ ਤੁਹਾਨੂੰ ਟਰਬਲ ਆ, ਉਹਦਾ ਕਾਜ਼ ਤੁਸੀਂ ਲੱਭੋ, ਆਪਣੇ ਫੈਮਿਲੀ ਡਾਕਟਰ ਦੇ ਨਾਲ ਗੱਲ ਕਰੋ,
ਉਹਦੀ ਜਿਹੜੀ ਬੇਸ ਰੂਟ ਜਿਹੜੀ ਆ ਉਹਦੀ ਨਿਵਰਤੀ ਕਰੋ, ਪ੍ਰੋਬਲਮ ਠੀਕ ਹੋ ਜਾਊਗਾ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਅਸੀਂ ਥੋੜ੍ਹੇ ਜਿਹੇ ਸਾਡੇ ਹੋਰ ਸਵਾਲ ਨੇ ਇਸ ਡਾਈਜੈਸ਼ਨ ਬਾਰੇ, ਪਾਚਨ ਬਾਰੇ, ਜਿਹੜੇ ਕਿ ਅਸੀਂ ਵੀਰਵਾਰ ਨੂੰ ਤੁਹਾਡੇ ਕੋਲੋਂ ਜਾਣਾਂਗੇ। ਕੱਲ੍ਹ ਕੈਨੇਡਾ ਡੇ ਦੇ ਉੱਤੇ ਅਸੀਂ ਪ੍ਰੋਗਰਾਮ ਨਹੀਂ ਕਰਾਂਗੇ। ਔਰ ਜਾਣ ਦੇ ਵੇਲੇ ਤੁਹਾਨੂੰ ਕੱਲ੍ਹ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਡਾਕਟਰ ਸਾਹਿਬ। ਤੁਹਾਨੂੰ ਵੀ ਤੇ ਸਾਰੇ ਹੀ ਦੇਖਣ ਵਾਲਿਆਂ ਨੂੰ ਕੈਨੇਡਾ ਡੇ ਦੀ ਬਹੁਤ ਬਹੁਤ ਵਧਾਈ। ਅਸੀਂ ਬਹੁਤ ਹੀ ਅੱਛੇ ਕੰਟਰੀ 'ਚ ਰਹਿ ਰਹੇ ਹਾਂ। ਦੇਖੋ, ਸਾਡੀ ਜਨਮ ਭੂਮੀ ਜ਼ਰੂਰ ਹੈ ਹਿੰਦੁਸਤਾਨ, ਲੇਕਿਨ ਸਾਡੀ ਕਰਮ ਭੂਮੀ ਕੈਨੇਡਾ। ਅਸੀਂ ਦੋਵਾਂ ਨੂੰ ਸਲਾਮ ਕਰਦੇ ਹਾਂ ਔਰ ਕੈਨੇਡਾ ਨੇ ਸਾਨੂੰ ਬੜਾ ਕੁਝ ਦਿੱਤਾ। ਕੈਨੇਡਾ ਡੇ ਦੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਖਾਣਾ ਉਦੋਂ ਹੀ ਖਾਈਓ ਜਦੋਂ ਭੁੱਖ ਲੱਗਦੀ ਆ। ਜਦੋਂ ਭੁੱਖ ਨਹੀਂ ਲੱਗਦੀ ਉਦੋਂ ਤੁਰਨ ਦੀ ਲੋੜ ਨਹੀਂ ਹੁੰਦੀ। ਉਦੋਂ ਹੀ ਖਾਓ ਜਦੋਂ ਭੁੱਖ ਲੱਗਦੀ ਆ, ਔਰ ਬੋਡੀ ਤੁਹਾਨੂੰ ਸੰਕੇਤ ਦਿੰਦੀ ਰਹੂਗੀ। ਧੰਨਵਾਦ, ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਸਨ ਡਾਕਟਰ ਪ੍ਰਗਟ ਸਿੰਘ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਗੱਲਾਂ ਅਸੀਂ ਦਿਨ ਦੇ ਵਿੱਚ ਇੱਧਰੋਂ ਉੱਧਰੋਂ ਸਿੱਖਦੇ ਹਾਂ, ਪਰ ਸਾਡੀ ਸਿਹਤ ਸਾਡੇ ਲਈ ਸਭ ਤੋਂ ਜ਼ਰੂਰੀ ਆ। ਇਹਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਸਾਨੂੰ ਜਿਹੜੀਆਂ ਗੁੰਝਲਾਂ ਨੇ ਸਰੀਰ ਦੀਆਂ ਉਹਨਾਂ ਨੂੰ ਸਮਝਾਉਂਦੇ ਨੇ, ਉਹਦੇ ਬਾਰੇ ਦੱਸਦੇ ਨੇ। ਇਹ ਜਾਣਕਾਰੀ ਬਿਨਾਂ ਸ਼ੱਕ ਸਾਡੇ ਲਈ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪਰਸੋਂ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਸੇ ਪ੍ਰੋਗਰਾਮ ਵਿੱਚ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।